ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਪ੍ਰਭ ਜੋਦਾ ਬਲਵਾਨ। ਸ਼ੌਕ ਬਿਲੰਦ ਤੁਰੰਗ ਕੋ ਚੜ੍ਹੈ ਪ੍ਰੀਤ ਕੋ ਠਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਗੁਰੂ ਕੀ ਹਜ਼ੂਰੀ 'ਚ ਬੈਠ ਕਰਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਬੜਾ ਹੀ ਅੰਮ੍ਰਿਤਮਈ ਰਸ ਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਆਓ ਹੁਣ ਗਰੀਬ ਨਵਾਜ਼ ਪਾਤਸ਼ਾਹ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਮਹਾਬਲੀ ਯੋਧੇ ਸੂਰਬੀਰ ਬਲੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਬੜੀਆਂ ਰੌਣਕਾਂ ਲਾ ਦਿੱਤੀਆਂ ਨੇ। ਨਗਰ ਵਸ ਰਿਹਾ ਹੈ। ਮਸੀਤ ਮੁਸਲਮਾਨਾਂ ਵਾਸਤੇ ਬਣਾ ਦਿੱਤੀ ਹੈ। ਹੋਰ ਵੀ ਬੜੇ ਪਰਉਪਕਾਰ ਸਾਰੇ ਧਰਮਾਂ ਦੇ ਸਾਰੇ ਇਨਸਾਨਾਂ ਉੱਤੇ ਕੀਤੇ ਹਨ। ਕੋਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਗੁਰੂ ਦੇ ਹਨ। ਇਹੋ ਜਿਹੀ ਗੁਰੂ ਨੇ ਇੱਕ ਦੁਨੀਆ ਨੂੰ ਮਿਸਾਲ ਕਾਇਮ ਕਰਕੇ ਦਿਖਾ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਆਸਾ ਦਰਿਆ ਦੇ ਕੰਢੇ 'ਤੇ ਵਿਰਾਜਮਾਨ ਹੋ ਕੇ ਬੇਅੰਤ ਕੌਤਕ ਕਰ ਰਹੇ ਨੇ। ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ, ਪ੍ਰਭ ਜੋਦਾ ਬਲਵਾਨ। ਮਹਾਬਲੀ ਯੋਧੇ ਸਤਿਗੁਰੂ, ਬਲਵਾਨ ਸਤਿਗੁਰੂ। ਸ਼ੌਕ ਬਿਲੰਦ ਤੁਰੰਗ ਕੋ। ਪਾਤਸ਼ਾਹ ਨੂੰ ਘੋੜਿਆਂ ਦਾ ਬੜਾ ਸ਼ੌਂਕ ਹੈ, ਸ਼ਸਤਰਾਂ ਦਾ ਬੜਾ ਸ਼ੌਂਕ ਹੈ, ਕਿਉਂਕਿ ਯੋਧੇ ਹਨ। ਮਰਦਾਂ ਦੇ ਘੋੜਿਆਂ ਦੀ ਬੜੀ ਪੁਰਾਣੀ ਸਾਂਝ ਚਲੀ ਆਉਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਸ਼ਾਹ ਸਵਾਰ ਘੋੜਿਆਂ ਨੂੰ ਬੜਾ ਪਸੰਦ ਕਰਦੇ ਹਨ। ਚੜ੍ਹੈ ਪ੍ਰੀਤ ਕੋ ਠਾਨ। ਬੜੇ ਸ਼ੌਂਕ ਨਾਲ ਘੋੜਿਆਂ ਦੀ ਸਵਾਰੀ ਕਰਦੇ, ਪ੍ਰੇਮ ਦੇ ਨਾਲ। ਚੌਪਈ ਪੰਚ ਪਵੰਗਮ ਲੱਗੇ ਤਬੇਲੇ। ਜਿਹੜੇ ਪੰਜ ਘੋੜੇ ਬਹੁਤ ਕੀਮਤੀ ਘੋੜੇ, ਲੱਖ ਲੱਖ ਰੁਪਈਏ ਦੀ ਕੀਮਤ ਦੇ ਘੋੜੇ ਭਾਈ ਸੁਭਾਗਾ ਕਾਬਲ ਕੰਧਾਰ ਵੱਲੋਂ ਲੈ ਕੇ ਆਇਆ ਹੈ। ਉਹ ਪੰਜੇ ਘੋੜੇ ਤਬੇਲੇ 'ਚ ਵੱਜੇ ਹਨ। ਸੇਵਕ ਲਾਗੇ ਕਰਨ ਸੁਹੇਲੇ। ਔਰ ਸੇਵਾਦਾਰ ਉਹਨਾਂ ਪੰਜਾਂ ਘੋੜਿਆਂ ਦੀ ਸੇਵਾ 'ਚ ਲੱਗ ਗਏ ਹਨ। ਰੋਜ਼ ਸੇਵਾਦਾਰ ਉਹਨਾਂ ਘੋੜਿਆਂ ਦੀ ਮਾਲਿਸ਼ ਕਰਦੇ ਹਨ, ਖਰਖਰਾ ਫੇਰਦੇ ਹਨ, ਉਹਨਾਂ ਨੂੰ ਨਹਾਉਂਦੇ ਧੁਆਉਂਦੇ ਵੀ ਹਨ, ਔਰ ਉਹਨਾਂ ਨੂੰ ਦਾਣਾ ਪੱਠਾ, ਘਾਹ ਪੱਠਾ, ਨਿਹਾਰੀ, ਚੂਰੀ ਆਦਿਕ ਦਿੰਦੇ ਹਨ। ਪੁਨ ਸਤਿਗੁਰ ਇੱਕ ਇੱਕ ਫਿਰਵਾਇਓ। ਫਿਰ ਗੁਰੂ ਸਾਹਿਬ ਨੇ 2-4 ਦਿਨਾਂ ਬਾਅਦ ਜਦੋਂ ਉਹਨਾਂ ਘੋੜਿਆਂ ਨੇ ਆਰਾਮ ਕਰ ਲਿਆ, ਕਿਉਂਕਿ ਬੜਾ ਲੰਮਾ ਸਫ਼ਰ ਕਰਕੇ ਆਏ ਸਨ, ਸਤਿਗੁਰੂ ਜੀ ਨੇ 2-4 ਦਿਨ ਉਹਨਾਂ ਦੀ ਸੇਵਾ ਕਰਵਾਈ। ਫਿਰ ਇੱਕ ਇੱਕ ਕਰਕੇ ਸਾਰੇ ਘੋੜਿਆਂ ਦੀ ਸਤਿਗੁਰੂ ਜੀ ਨੇ ਸਵਾਰੀ ਕੀਤੀ। ਸਾਰੇ ਘੋੜੇ ਫੇਰ ਕੇ ਵੇਖੇ ਹਨ ਮਹਾਰਾਜ ਜੀ ਨੇ। ਫਾਂਦਨ ਚੰਚਲ ਵੇਗ ਤੁਭਾਇਓ। ਬੜੇ ਬਲੀ ਚੰਚਲ ਘੋੜੇ ਹਵਾ 'ਚ ਉੱਡ ਜਾਂਦੇ, ਬਹੁਤ ਹੀ ਲੰਮੀਆਂ ਛਾਲਾਂ ਮਾਰਦੇ, ਸਾਰੀਆਂ ਹੀ ਚਾਲਾਂ ਚੱਲਦੇ ਹਨ। ਤਿੰਨ ਪੰਚਹੋਂ ਮੈਂ ਏਕ ਭਲੇਰੋ। ਉਹਨਾਂ ਪੰਜਾਂ ਵਿੱਚੋਂ ਇੱਕ ਘੋੜੇ ਨੂੰ ਜ਼ਿਆਦਾ ਪਸੰਦ ਕੀਤਾ। ਪਹਿਲਾਂ ਪੰਜਾਂ ਦੀ ਸਵਾਰੀ ਕੀਤੀ ਹੈ, ਪੰਜਾਂ ਦੀ ਟਰਾਈ ਲਈ ਹੈ। ਸਾਰੇ ਪੰਜਾਂ ਘੋੜਿਆਂ ਵਿੱਚੋਂ ਇੱਕ ਘੋੜਾ ਬਾਹਲਾ ਹੀ ਸੋਹਣਾ, ਬਾਹਲਾ ਹੀ ਬਲੀ ਤੇ ਗੁਣਵਾਨ ਵੇਖਿਆ ਹੈ। ਚੰਚਲ ਬਲ ਮੈਂ ਵੇਗ ਬਡੇਰੋ। ਜਿਹੜਾ ਸਾਧ ਸੰਗਤ ਜੀ ਬਲ ਵਿੱਚ ਵੀ ਬੜਾ ਤਗੜਾ, ਹਵਾ ਦੇ ਵਿੱਚ ਉੱਡ ਜਾਣ ਵਾਲਾ ਔਰ ਬੜਾ ਗੁਣ ਵਾਲਾ ਘੋੜਾ ਹੈ। ਸ਼੍ਰੀ ਹਰਗੋਬਿੰਦ ਆਪ ਚਰਨ ਕੋ। ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਘੋੜਾ ਆਪਣੀ ਸਵਾਰੀ ਲਈ, ਆਪਣੇ ਚੜ੍ਹਨ ਲਈ ਰੱਖਿਆ ਹੈ। ਰਖਵਾਇਓ ਕਹਿ ਸੁਸ਼ਟ ਬਰਨ ਕੋ, ਬੜਾ ਸੋਹਣੇ ਰੰਗ ਦਾ ਹੈ, ਬੜਾ ਸੁੰਦਰ ਘੋੜਾ, ਸੋਹਣੀ ਨੁਹਾਰ ਵਾਲਾ, ਉਹ ਆਪਣੇ ਲਈ ਰੱਖ ਲਿਆ ਹੈ। ਜ਼ੀਨ ਜਰਾਉ ਜਰੇ ਜਵਾਹਰ, ਉਹਦੇ ਉੱਤੇ ਕਾਠੀ ਦੇ ਵਿੱਚ ਸਾਧ ਸੰਗਤ ਜੀ, ਜੀਨ ਕਹਿੰਦੇ ਕਾਠੀ ਨੂੰ, ਉਹਦੀ ਕਾਠੀ 'ਚ ਜੜਾਊ ਜੜੇ ਹੋਏ ਨੇ, ਜਵਾਹਰਾਤ ਜੜੇ ਹੋਏ ਨੇ। ਜਬਰ ਜ਼ੇਬ ਜਗਮਗ ਜਿਸ ਜਾਹਰ, ਜਿਨ੍ਹਾਂ ਦੀ ਜੇਬ ਸੋਭਾ ਬੜੀ ਜ਼ਬਰਦਸਤ ਹੈ, ਜਗਮਗ ਜਗਮਗ ਕਰਦੇ ਨੇ। ਹੀਰੇ ਮੋਤੀ ਪੰਨੇ ਸਬਜੇ ਜੜੇ ਨੇ ਕਾਠੀ ਦੇ ਵਿੱਚ, ਜਗਮਗ ਜਗਮਗ ਕਰਦੇ ਨੇ, ਜ਼ਾਹਰ ਹੁੰਦੇ ਨੇ। ਸੁੰਦਰ ਕੋਰਦਾਰ ਬਰ ਹੀਰੇ, ਹੀਰੇ ਸੋਹਣੇ ਕਾਰੀਗਰ ਨੇ, ਕੋਰਦਾਰ ਨੁੱਕਰ ਵਾਲੇ ਬਣਾ ਬਣਾ ਕੇ ਉਹਨਾਂ ਨੂੰ ਕਾਠੀ 'ਚ ਸੋਨੇ 'ਚ ਜੜਿਆ ਹੋਇਆ ਹੈ। ਜੋਗ ਥਾਨ ਕੇ ਜਾਨਤ ਚੀਰੇ, ਕਹਿੰਦੇ ਇੰਨੇ ਸੋਹਣੇ ਜਿੱਥੇ ਲੱਗਦੇ ਹਨ, ਫੱਬਦੇ ਨੇ ਹੀਰੇ ਅਤੇ ਮੋਤੀ, ਉਹ ਜੋੜੇ ਹਨ ਵਿੱਚ। ਅਪਰ ਅਜਾਇਬ ਜੁਗਤ ਬਨਿਓ ਹੈ, ਹੋਰ ਵੀ ਸਾਰੀ ਚੀਜ਼, ਕਾਠੀ ਵੀ, ਘੋੜੇ ਦਾ ਸਾਰਾ ਹੀ ਸਾਜ਼ ਬੜਾ ਅਜੀਬੋ ਗਰੀਬ, ਬਹੁਤ ਹੀ ਅਜਾਇਬ ਸੁੰਦਰ ਬਣਿਆ ਹੈ। ਸੋ ਵਰਨ ਸ਼ੋਭਤ ਸਵਰਨ ਸਨਿਓ ਹੈ, ਕਹਿੰਦੇ ਘੋੜਾ ਵੀ ਸੋਹਣਾ, ਉਹਦੀ ਕਾਠੀ ਵੀ ਸੋਹਣੀ ਹੈ। ਘੋੜੇ ਦਾ ਰੰਗ ਰੂਪ ਨੁਹਾਰ ਦੇ ਮੁਤਾਬਕ ਹੀ ਕਾਠੀ ਬਣਵਾਈ ਹੋਈ ਹੈ। ਐਸੋ ਤਰੰਗ ਸੁਗਮ ਨਹਿ ਆਵੈ, ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਰਾਜ ਲਿਖਦੇ ਨੇ, ਇਹੋ ਜਿਹਾ ਘੋੜਾ ਛੇਤੀ ਕੀਤਿਆਂ ਸੌਖਿਆਂ ਨਹੀਂ ਹੱਥ ਲੱਗਦਾ। ਇਹੋ ਜਿਹੇ ਘੋੜੇ ਸਾਧ ਸੰਗਤ ਜੀ, ਘੋੜਿਆਂ ਦੀਆਂ ਬੜੀਆਂ ਕਿਸਮਾਂ, ਬੜੀਆਂ ਨਸਲਾਂ ਹਨ, ਘੋੜਿਆਂ ਦੇ ਕਦਰਦਾਨ ਜਾਣਦੇ ਹਨ। ਸੋ ਇਹੋ ਜਿਹਾ ਘੋੜਾ ਹੱਥ ਨਹੀਂ ਆਉਂਦਾ ਜਿਹੜਾ ਅੱਜ ਮਹਾਰਾਜ 6ਵੇਂ ਪਾਤਸ਼ਾਹ ਵਾਸਤੇ ਭਾਈ ਸੁਭਾਗਾ ਜੀ ਲੈ ਕੇ ਆਏ ਨੇ। ਜੋ ਸਤਿਗੁਰ ਕੇ ਮਨ ਮਹਿ ਭਾਵੈ, ਇਹ ਘੋੜਾ ਗੁਰੂ ਸਾਹਿਬ ਨੂੰ ਬੜਾ ਪਸੰਦ ਆਇਆ ਹੈ। ਕਰਿਓ ਹੁਕਮ ਅਨਹੋ ਕਰ ਤਿਆਰ, ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਘੋੜੇ ਨੂੰ ਸ਼ਿੰਗਾਰ ਕੇ ਤਿਆਰ ਕਰਕੇ ਲਿਆਓ। ਦਾਸਨ ਤਤ ਛਿਨ ਮਾਹੇ ਸ਼ਿੰਗਾਰ, ਸੇਵਾਦਾਰਾਂ ਨੇ, ਸਿੱਖਾਂ ਨੇ ਉਸੇ ਵੇਲੇ ਹੀ ਸ਼ਿੰਗਾਰ ਦਿੱਤਾ। ਤਤ ਛਿਨ, ਉਸੇ ਵੇਲੇ ਘੋੜੇ ਦੇ ਉੱਤੇ ਕਾਠੀ ਪਵਾਈ ਹੈ। ਰੇਸ਼ਮ ਡੋਰ ਗਹੇ ਕਰ ਆਨਿਓ, ਰੇਸ਼ਮ ਦੀਆਂ ਡੋਰਾਂ ਸਾਧ ਸੰਗਤ ਜੀ ਫੜੀਆਂ ਹੋਈਆਂ ਨੇ, ਤੇ ਉਹ ਘੋੜਾ ਗੁਰੂ ਸਾਹਿਬ ਦੇ ਸਾਹਮਣੇ ਲਿਆਂਦਾ ਹੈ। ਧਨ ਭਾਗ ਜੁਤ ਸਭ ਕੇ ਜਾਣਿਓ, ਕਹਿੰਦੇ ਧੰਨ ਭਾਗ ਜਾਣੇ ਸਿੱਖਾਂ ਨੇ ਵੀ ਸਾਡੇ ਸਤਿਗੁਰੂ ਜੀ ਨੇ ਸਾਡਾ ਘੋੜਾ ਪ੍ਰਵਾਨ ਕਰ ਲਿਆ ਹੈ। ਤਨ ਕੋ ਬਰਨ ਦਿਪਤ ਇਸ ਭਾਂਤੀ, ਘੋੜੇ ਦੀ ਸੁੰਦਰਤਾ, ਉਹਦਾ ਰੰਗ ਇਸ ਤਰ੍ਹਾਂ ਜਾਪਦਾ ਹੈ। ਮਨਹੁ ਤਾਪਤਾ ਸੁੰਦਰ ਕਾਂਤੀ, ਮਾਨੋ ਕਹਿੰਦੇ ਸੋਨਾ ਹੀ ਚਮਕਦਾ ਹੋਵੇ। ਜੁਗਮ ਸ਼ਰੋਨ ਲਗ ਸੁੰਦਰ ਖਰੇ, ਕਹਿੰਦੇ ਦੋਵੇਂ ਕੰਨ ਨਿੱਕੇ ਨਿੱਕੇ ਹਨ ਘੋੜੇ ਦੇ, ਬੜੇ ਸੋਹਣੇ ਛੋਟੇ ਕੰਨਾਂ ਵਾਲਾ ਉਹ ਘੋੜਾ ਹੈ। ਆਇਤ ਛਾਤੀ ਲੋਚਨ ਖਰੇ, ਤੇ ਚੌੜੀ ਛਾਤੀ ਹੈ, ਤੇ ਨੇਤਰ ਬੜੇ ਸੋਹਣੇ ਹਨ ਘੋੜੇ ਦੇ। ਅਲਪ ਗਾਮਚੀ ਸੁਮ ਬਡੇਰੇ, ਗਾਮਚੀ ਕਹਿੰਦੇ ਨੇ ਜਿਹੜੀ ਗਿੱਟੇ ਤੋਂ ਖੁਰ ਦੇ ਵਿਚਕਾਰ ਵਾਲੀ ਥਾਂ ਹੁੰਦੀ ਹੈ। ਗਾਮਚੀ ਛੋਟੀ ਹੈ ਤੇ ਸੁਮ ਵੱਡੇ ਹਨ। ਬੰਕੀ ਗਰੀਬ ਚਲਹਿ ਜਿਸ ਬੇਰੇ, ਤੇ ਗਰਦਨ ਇਉਂ ਕਰਕੇ ਚੱਲਦਾ ਜਿਵੇਂ ਮੋਰ ਗਰਦਨ ਉਠਾ ਕੇ ਤੁਰਦਾ। ਜਦੋਂ ਚੱਲਦਾ ਨਾ ਘੋੜਾ, ਗਰਦਨ ਐਨ ਉੱਪਰ ਕਰਕੇ ਤੁਰਦਾ, ਸਿਰ ਨੀਵਾਂ ਨਹੀਂ ਕਰਦਾ। ਸਿਮਰ ਗੁਰੂ ਸ਼੍ਰੀ ਨਾਨਕ ਆਦ, ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਾਂ ਪਾਤਸ਼ਾਹੀਆਂ ਨੂੰ ਯਾਦ ਕੀਤਾ ਹੈ। ਘੋੜੇ ਤੇ ਚੜ੍ਹਨ ਵੇਲੇ ਅਰਦਾਸ ਕਰਨ ਦੀ ਮਰਜ਼ਾਦਾ ਹੈ। ਇਹ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਜੀ ਸਿੱਖਾਂ ਨੂੰ ਮਰਜ਼ਾਦਾ ਸਮਝਾਉਂਦੇ ਨੇ ਨਾ, ਖਾਲਸੇ ਨੂੰ, ਪੰਥ ਨੂੰ, ਉਹਦੇ ਵਿੱਚ ਵੀ ਬਚਨ ਆਉਂਦਾ ਵੀ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਤੇ ਘੋੜੇ ਦੇ ਚਰਨਾਂ ਨੂੰ ਹੱਥ ਲਾਉਣਾ ਹੈ। ਇਹ ਮਰਜ਼ਾਦਾ ਹੈ। ਅੱਜ ਕੱਲ੍ਹ ਵਾਲਿਆਂ ਨੂੰ ਕੋਈ ਪਤਾ ਨਹੀਂ, ਨਵੀਆਂ ਨਵੀਆਂ ਇਹਨਾਂ ਨੇ ਆਪਣੀਆਂ ਆਪਣੀਆਂ ਮਰਜ਼ਾਦਾ ਬਣਾ ਲਈਆਂ। ਖਾਲਸਾ ਜੀ ਜਿਹੜੀਆਂ ਪੁਰਾਤਨ ਖਾਲਸੇ ਦੀਆਂ ਮਰਜ਼ਾਦਾ ਪਰੰਪਰਾਵਾਂ, ਰੀਤੀ ਰਿਵਾਜ ਸਾਰੇ ਛੱਡ ਦਿੱਤੇ ਹਨ। ਘੋੜੇ ਦੀ ਬੜੀ ਵੱਡੀ ਮਹਿਮਾ ਗੁਰੂ ਸਾਹਿਬ ਜੀ ਦੇ ਘਰ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਨ ਭਾਈ ਕਿਹਾ। ਜਾਨ ਭਾਈ ਦਾ ਮਤਲਬ ਹੁੰਦਾ ਵੀ ਆਪਣੀ ਜਾਨ ਦਾ ਭਰਾ। ਘੋੜਾ ਜਾਨ ਦੇ ਦਿੰਦਾ ਆਪਣੇ ਮਾਲਕ ਵਾਸਤੇ। ਇਸ ਕਰਕੇ ਪਾਤਸ਼ਾਹ ਨੇ ਪਹਿਲਾਂ ਅਰਦਾਸ ਕੀਤੀ ਹੈ। ਚੜੇ ਸ਼ਸਤਰ ਧਾਰੀ ਅਹਿਲਾਦ, ਮਹਾਬਲੀ ਸ਼ਸਤਰ ਧਾਰੀ ਗੁਰੂ ਸਾਹਿਬ ਪ੍ਰਸੰਨਤਾ ਸਹਿਤ ਘੋੜੇ ਦੀ ਕਾਠੀ ਤੇ ਵਿਰਾਜਮਾਨ ਹੋ ਗਏ ਨੇ। ਪਲਾਕੀ ਮਾਰ ਕੇ ਸਵਾਰ ਹੋ ਗਏ ਨੇ। ਸੁੰਦਰ ਚਾਲ ਪਾਏ ਕਰ ਫੇਰਾ, ਬੜੀ ਸੋਹਣੀ ਚਾਲੇ ਪਾ ਕੇ ਘੋੜੇ ਨੂੰ ਫੇਰਿਆ ਹੈ। ਜਦੋਂ ਘੋੜੇ ਤੇ ਬੈਠੀਏ
ਤੇ ਘੋੜਾ ਇੱਕਦਮ ਨਹੀਂ ਦੌੜਾਈਦਾ ਹੁੰਦਾ, ਪਹਿਲਾਂ ਹੌਲੇ ਹੌਲੇ ਘੁਮਾਈਦਾ, ਤੇ ਉਹ ਵੀ ਕਈ ਚਾਲਾਂ, ਛੋਟੀ ਰਵਾਲ ਵਿੱਚ, ਫਿਰ ਵੱਡੀ ਰਵਾਲ ਵਿੱਚ, ਫਿਰ ਰੇਵੀਆ, ਪੋਈਆ, ਫਿਰ ਦੁੜਕੀ, ਤੇ ਫਿਰ ਤੇਜ਼ ਦੌੜ ਹੁੰਦੀ ਹੈ। ਤੇ ਜਿਹਨੂੰ ਪਤਾ ਹੀ ਨਹੀਂ ਘੋੜੇ 'ਤੇ ਬਹਿਣਾ ਕਿਵੇਂ ਹੈ, ਜੇ ਬਹਿ ਜਾਵੇ ਤਾਂ ਸਾਧ ਸੰਗਤ ਜੀ ਇੱਕਦਮ ਹੀ ਅੱਡੀ ਲਾ ਕੇ ਘੋੜਾ ਦੜਾ ਕੇ ਕਈ ਵਾਰੀ ਆਪਣੀਆਂ ਹੱਡੀਆਂ ਭਨਾ ਬਹਿੰਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਘੋੜੇ 'ਤੇ ਬਹਿ ਕੇ ਘੋੜੇ ਨੂੰ ਨਿੱਕੀ ਚਾਲੇ ਤੋਰਿਆ ਹੈ। ਰੋਕਤ ਚਾਹਤ ਬੇਗ ਬਡੇਰਾ। ਮਹਾਰਾਜ ਉਹਨੂੰ ਰੋਕਦੇ ਨੇ ਤੇ ਉੜਦਾ ਹੈ। ਉਹ ਕਹਿੰਦਾ ਮੈਨੂੰ ਛੱਡ ਦਿਓ ਹੁਣ। ਉਹ ਕਹਿੰਦਾ ਮੇਰੀਆਂ ਬ੍ਰੇਕਾਂ ਖੋਲ ਦਿਓ, ਮੈਂ ਜਾਵਾਂ ਹੁਣ, ਉੱਡ ਜਾਵਾਂ। ਪਾਤਸ਼ਾਹ ਉਹਨੂੰ ਰੋਕਦੇ ਨੇ ਤੇ ਉਹ ਦੌੜਨਾ ਚਾਹੁੰਦਾ। ਹਾਂਜੀ। ਬਹਰੋ ਲਾਰਾ ਛੇਰਨ ਕੀਨ। ਫਿਰ ਉਹਨੂੰ ਲਾਰੇ ਛੇੜਿਆ, ਭਾਵ ਪੋਈਏ ਪਾਇਆ ਹੈ। ਕਰਤ ਓਜਗੁਰ ਧੀਰਜ ਦੀਨ। ਮਹਾਰਾਜ ਸਾਹਿਬ ਜੀ ਦਾ ਉਹ ਘੋੜਾ ਜ਼ੋਰ ਦਿਖਾਉਂਦਾ, ਕਿਉਂਕਿ ਬੜਾ ਜਵਾਨ, 3.5 ਸਾਲ 4 ਸਾਲ ਦੀ ਉਮਰ ਹੈ। ਇਹ ਭਰ ਜਵਾਨੀ ਦੀ ਉਮਰ ਹੁੰਦੀ ਘੋੜੇ ਦੀ। ਵੈਸੇ ਘੋੜਾ 2.5 ਸਾਲ ਦਾ ਹੀ ਜਵਾਨ ਹੋ ਜਾਂਦਾ, ਪਰ ਸਿਆਣੇ ਜਿਹੜੇ ਨੇ ਉਹਨੂੰ ਹੋਰ 3 ਸਾਲ ਤੱਕ, 3.25 ਸਾਲ ਤੱਕ ਉਹਨੂੰ ਬਹੁਤਾ ਖੇਚਲ ਨਹੀਂ ਦਿੰਦੇ। ਪਰ ਜਦੋਂ 3 ਸਾਲ ਦਾ ਹੋ ਜਾਵੇ ਫਿਰ ਉਹ ਪੂਰਾ ਜਵਾਨ ਹੁੰਦਾ, ਬਹੁਤ ਤਾਕਤ ਹੁੰਦੀ ਘੋੜੇ ਦੇ ਵਿੱਚ। ਸੋ 2.5-3 ਸਾਲ ਦੀ, 4 ਸਾਲ ਦੀ ਇੰਨੀ ਕੁ ਉਮਰ ਦਾ ਘੋੜਾ, ਗੁਰੂ ਸਾਹਿਬ ਉੱਤੇ ਬੈਠੇ ਨੇ, ਜ਼ੋਰ ਉਹਦਾ ਝੱਲਿਆ ਨਹੀਂ ਜਾਂਦਾ, ਤਾਕਤ ਬੜੀ ਘੋੜੇ ਦੇ ਵਿੱਚ। ਛੋਟੀ ਚਾਲ ਉਛਾਲਨ ਕਰੇ। ਮਹਾਰਾਜ ਨੇ ਨਿੱਕੀ ਚਾਲੇ ਤੋਰਿਆ, ਨਿੱਕੀ ਚਾਲੇ ਤੋਰ ਕੇ ਉਛਾਲਿਆ, ਕਈ ਛਾਲਾਂ ਮਾਰਦਾ, ਅਗਲੇ ਪੈਰ ਚੁੱਕ ਕੇ ਪਿਛਲੇ, ਫਿਰ ਕਈ ਤਰ੍ਹਾਂ ਨਾਲ ਉਹ ਪੈਰ ਰੱਖਦਾ ਤੇ ਧਰਤੀ ਦੇ ਉੱਤੇ ਇੱਦਾਂ ਤੁਰਦਾ ਜਿਵੇਂ ਮੋਰ ਪਹਿਲਾਂ ਪਾਉਂਦੇ ਨੇ। ਹਾਂਜੀ। ਗਿਨ ਗਿਨ ਚਰਨ ਮਨਹੁ ਧਰ ਧਰੇ। ਆਹਾ, ਕਵੀਰਾਜ ਜੀ ਲਿਖਦੇ, ਮਾਨੋ ਗਿਣ ਗਿਣ ਕੇ ਪੈਰ ਧਰਦਾ ਧਰਤੀ ਤੇ। ਇਹ ਘੋੜਾ ਕੈਸਾ ਸੁੰਦਰ ਹੈ, ਐਵੇਂ ਪੈਰ ਰੱਖਦਾ ਵੀ ਗਿਣ ਗਿਣ ਕੇ ਰੱਖਦਾ, ਸਾਰਾ ਸਰੀਰ ਉਹਦਾ ਜਿਹੜਾ ਹਰਕਤ ਕਰ ਰਿਹਾ ਹੈ। ਬਹੁਰਤ ਭਾਈ ਬੇਗ ਕੋ ਹੇਰਾ। ਫਿਰ ਉਹਨੂੰ ਵੱਡੀ ਲੰਮੀ ਚਾਲੇ ਤੋਰਿਆ ਹੈ। ਫਿਰ ਤੇਜ਼ ਦੌੜਾ ਕੇ, ਜਿਵੇਂ ਨੇਜ਼ਾਬਾਜ਼ੀ ਕਰਦੀਆਂ ਨਾ ਫੌਜਾਂ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ, ਦੇਖੋ ਕਿੰਨੇ ਤੇਜ਼ ਘੋੜੇ ਦੌੜਦੇ, ਕਾਰ ਨਹੀਂ ਦੌੜ ਸਕਦੀ ਇੰਨੀ ਜਿੰਨਾ ਘੋੜਾ ਤੇਜ਼ ਦੌੜਦਾ। ਉਹ ਫਿਰ ਚਾਲ ਦੇ ਵਿੱਚ ਮਹਾਰਾਜ ਨੇ ਆਪ ਘੋੜੇ ਨੂੰ ਤੇਜ਼ ਦੌੜਾ ਕੇ ਨਦੀ ਦੇ ਕੰਢੇ 'ਤੇ ਰੇਤੇ 'ਚ ਵੇਖਿਆ ਹੈ। ਭਾਖਤ ਕਵਜ ਹਿਸ ਜਸ ਬਡੇਰਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਹੋ ਜਿਹੇ ਘੋੜਿਆਂ ਦੀ ਵੱਡੇ ਵੱਡੇ ਕਵੀਆਂ ਨੇ ਉਪਮਾ ਕੀਤੀ ਹੈ। ਸਾਹਿਬੇ ਕਮਾਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਸਵਈਏ 'ਚ ਲਿਖਦੇ ਨੇ, ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ, ਬਗੂਲਾ ਮਾਨੋ ਗੈਨ ਕੈਸੇ ਤੈਸੇ ਥਹਿਰਤ ਹੈ। ਉਸ ਕਵਿਤ ਦਾ ਨਾਮ ਹੀ, ਉਹ ਕਵਿਤ ਹੈ, ਉਹਦਾ ਨਾਮ ਹੀ ਹੈ ਅਥ ਅਸ਼ਭ ਵਰਣਨ। ਹੁਣ ਘੋੜਿਆਂ ਦਾ ਵਰਣਨ ਕਰਨ ਲੱਗੇ। ਬੜੇ ਸੁੰਦਰ ਘੋੜਿਆਂ ਦਾ ਵਰਣਨ ਕੀਤਾ 10ਵੇਂ ਪਾਤਸ਼ਾਹ ਜੀ ਨੇ। ਹੋਰ ਵੀ ਮਹਾਕਵੀ ਵਿਦਵਾਨਾਂ ਨੇ ਇਹਨਾਂ ਘੋੜਿਆਂ ਦੀਆਂ ਸੁੰਦਰ ਚਾਲਾਂ ਦਾ ਵਰਣਨ ਕੀਤਾ ਹੈ। ਜਨ ਬਾਜੀ ਮੇਲੀ ਬੜ ਬਾਜੀ। ਕਹਿੰਦੇ ਇਹ ਘੋੜਾ ਮਾਨੋ ਬਾਜੀਗਰ ਦੀ ਤਰ੍ਹਾਂ ਬਾਜੀਆਂ ਪਾਉਣ ਵਾਲਾ ਹੈ। ਨਟ ਬਾਜੀ ਜਿਸ ਦੇਖਤ ਲਾਜੀ। ਕਹਿੰਦੇ ਨਟ ਦੀਆਂ, ਬਾਜੀਗਰ ਦੀਆਂ ਬਾਜੀਆਂ ਵੀ ਫੇਲ ਹੋ ਜਾਣ ਇਸ ਬਾਜੀ ਦੇ ਸਾਹਮਣੇ। ਸਾਧ ਸੰਗਤ ਜੀ, ਘੋੜੇ ਦੇ ਸੈਂਕੜੇ ਨਾਮ ਆਉਂਦੇ ਸਾਡੇ ਗ੍ਰੰਥਾਂ ਵਿੱਚ। ਘੋੜੇ ਨੂੰ ਤੁਰੰਗ ਵੀ ਕਹਿੰਦੇ ਆ, ਘੋੜੇ ਨੂੰ ਹੈ ਵੀ ਕਹਿੰਦੇ ਆ, ਘੋੜੇ ਨੂੰ ਬਾਜ ਵੀ ਕਹਿੰਦੇ ਆ, ਬਾਜੀ ਵੀ ਕਹਿੰਦੇ ਆ। ਸੋ ਇੱਥੇ ਬਾਜੀ ਪਦ ਘੋੜੇ ਵਾਸਤੇ ਵੀ ਆਇਆ। ਕਹਿੰਦੇ ਇਹ ਬਾਜੀ ਯਾਨੀ ਘੋੜਾ ਇੱਦਾਂ ਦੀਆਂ ਬਾਜੀਆਂ ਪਾਉਂਦਾ ਜਿਵੇਂ ਨਟ ਬਾਜੀਆਂ ਪਾਉਂਦਾ ਹੈ। ਪੌਣ ਗੌਨ ਕੋ ਕੀਨ ਪਿਛੇਰੇ। ਕਹਿੰਦੇ ਹਵਾ ਨੂੰ ਪਿੱਛੇ ਛੱਡ ਗਿਆ। ਜਿਵੇਂ 10ਵੇਂ ਪਾਤਸ਼ਾਹ ਨੇ ਲਿਖਿਆ ਨਾ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ। ਸਵਈਆਂ 'ਚ ਰੋਜ਼ ਪੜ੍ਹਦੇ ਹਾਂ ਆਪਾਂ ਅੰਮ੍ਰਿਤ ਵੇਲੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਕੁਰੰਗ ਕਹਿੰਦੇ ਨੇ ਹਿਰਨ ਨੂੰ। ਕਦੀ ਹਿਰਨ ਟੱਪਦਾ ਦੌੜਦਾ ਦੇਖੋ ਤੇ ਫਿਰ ਉਹਦੀ ਘੋੜੇ ਦੀ ਤੁਲਨਾ ਕਰੋ। ਕਹਿੰਦੇ ਘੋੜੇ ਇਉਂ ਦੌੜਦੇ, ਇੱਦਾਂ ਚੁੰਗੀਆਂ ਭਰਦੇ ਆ ਜਿਵੇਂ ਹਿਰਨ ਚੁੰਗੀਆਂ ਭਰਦੇ ਆ। ਪੌਣ ਕੇ ਗੌਨ ਕੋ, ਹਵਾ ਦੀ ਰਫ਼ਤਾਰ ਨੂੰ, ਜਾਤ ਨਿਵਾਰੇ, ਪਿੱਛੇ ਛੱਡ ਕੇ ਜਾਂਦੇ ਹਨ। ਬਪਰੇ ਮ੍ਰਿਗ ਕਹਾਂ ਸਮਦੌਰੈ। ਵਿਚਾਰੇ ਹਿਰਨ ਕੀ ਚੀਜ਼ ਨੇ ਜਿਹੜੇ ਬਰਾਬਰੀ ਕਰ ਸਕਣ। ਮਨ ਕੇ ਸਾਥ ਸਖਾਪਨ ਧਾਰੈ। ਕਹਿੰਦੇ ਇਹ ਘੋੜਾ ਮਨ ਦੇ ਨਾਲ ਸਖਾਪਨ ਕਰਦਾ ਹੈ, ਮਨ ਦੇ ਨਾਲ ਦੋਸਤੀ ਕਰਦਾ ਹੈ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਦੁਨੀਆ ਦੇ ਤੇਜ਼ ਚੱਲਣ ਵਾਲੀਆਂ ਬੜੀਆਂ ਚੀਜ਼ਾਂ, ਗੋਲੀ ਬੜੀ ਤੇਜ਼ ਹੁੰਦੀ ਹੈ, ਘੋੜਾ ਬੜਾ ਤੇਜ਼ ਹੁੰਦਾ।
ਹਿਰਨ ਬੜੇ ਤੇਜ਼ ਹੁੰਦੇ ਨੇ। ਔਰ ਸਾਧ ਸੰਗਤ ਜੀ, ਇਸ ਦੁਨੀਆ ਦੇ ਵਿੱਚ ਹਵਾਈ ਜਹਾਜ਼, ਹੈਲੀਕਾਪਟਰ ਬੜੇ ਤੇਜ਼ ਉੱਡਦੇ ਨੇ, ਰਾਕਟ ਬੜੇ ਤੇਜ਼ ਉੱਡਦੇ ਨੇ, ਪਰ ਸਭ ਤੋਂ ਤੇਜ਼ ਦੱਸੋ ਕਿਹੜੀ ਚੀਜ਼ ਹੁੰਦੀ ਹੈ? ਸਭ ਤੋਂ ਤੇਜ਼ ਹਵਾ ਹੁੰਦੀ ਹੈ। ਹਵਾ ਸਭ ਤੋਂ ਤੇਜ਼ ਹੈ, ਕਿਉਂਕਿ ਹਵਾ ਨੇ ਸਾਰੀ ਚੀਜ਼ਾਂ ਲੈ ਕੇ ਜਾਣੀ ਹੈ। ਅੱਛਾ, ਹਵਾ ਤੋਂ ਕਿਹੜੀ ਚੀਜ਼ ਤੇਜ਼ ਹੁੰਦੀ ਹੈ? ਹਵਾ ਤੋਂ ਵੀ ਤੇਜ਼ ਮਨ ਹੁੰਦਾ। ਇੰਨੀ ਛੇਤੀ ਹਵਾ ਨਹੀਂ ਇੰਡੀਆ ਪਹੁੰਚ ਸਕਦੀ, ਮਨ ਹੁਣੇ ਪਹੁੰਚ ਗਿਆ। ਜਿੱਥੇ ਮਰਜ਼ੀ ਸੂਰਜ 'ਤੇ ਚਲਾ ਗਿਆ, ਚੰਦਰਮਾ 'ਤੇ ਚਲਾ ਗਿਆ, ਪਤਾਲ 'ਤੇ ਚਲਾ ਗਿਆ। ਮਨ ਦੀ ਕਿੰਨੀ ਤੇਜ਼ ਰਫ਼ਤਾਰ ਹੈ। ਕਹਿੰਦੇ ਇਹ ਘੋੜਾ ਮਨ ਦੀ ਬਰਾਬਰੀ ਕਰਦਾ ਸੀ। ਕਵੀ ਜੀ ਉਪਮਾ ਦੇ ਰਹੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਕੇ ਸਾਥ ਸਖਾਪਨ ਧਾਰੈ, ਇਹ ਮਨ ਦੇ ਨਾਲ ਦੋਸਤੀ ਕਰਦਾ। ਹਾਂਜੀ, ਜਨ ਚਪਲਾ ਕੋ ਚਪਲ ਸਿਖਾਰੈ। ਜਾਂ ਇੰਝ ਸਮਝ ਲਓ, ਐਗਜ਼ੈਂਪਲਾਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਕੋਲ ਭਰੀਆਂ ਪਈਆਂ। ਦੂਜੀ ਐਗਜ਼ੈਂਪਲ ਦਿੰਦੇ ਨੇ, ਉਦਾਹਰਣ ਦਿੰਦੇ ਨੇ। ਕਹਿੰਦੇ ਇੰਝ ਲੱਗਦਾ ਜਿਵੇਂ ਬਿਜਲੀ ਨੂੰ ਚੰਚਲਤਾ ਸਿਖਾ ਰਹੇ ਹੋਣ। ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਨਾ, ਉਹ ਕਿੰਨੀ ਤੇਜ਼ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੀ ਲੀਕ ਹਜ਼ਾਰਾਂ ਲੱਖਾਂ ਮੀਲ ਤੱਕ ਆਕਾਸ਼ ਦੇ ਵਿੱਚ ਲਿਸ਼ਕਦੀ ਹੈ ਜਦੋਂ ਚਮਕਦੀ, ਇੱਥੇ ਉੱਥੇ। ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਘੋੜਾ ਹੈ ਨਾ, ਇੱਥੇ ਉੱਥੇ ਇੱਦਾਂ ਉੱਡਦਾ ਜਾਂਦਾ ਹੈ। ਹਾਂਜੀ, ਨੈਣ ਨਾਗਰੀ ਤੇ ਹੋਏ ਆਗਰ। ਆਹ ਕਵੀ ਜੀ ਫਿਰ ਹੋਰ ਮਿਸਾਲ ਦਿੰਦੇ ਨੇ। ਨਾਗਰਾ ਕੇ ਨੈਣ 10ਵੇਂ ਪਾਤਸ਼ਾਹ ਨੇ ਵੀ ਲਿਖਿਆ। ਨਾਗਰੀ ਕਹਿੰਦੇ ਸੁੰਦਰ ਇਸਤਰੀ ਨੂੰ, ਜਿਵੇਂ ਇੱਕ ਚੰਚਲ ਇਸਤਰੀ ਦੀਆਂ ਅੱਖਾਂ ਚੰਚਲ ਹੁੰਦੀਆਂ ਨੇ, ਸਭ ਤੋਂ ਤੇਜ਼ ਹੁੰਦੀਆਂ ਨੇ, ਇੱਦਾਂ ਇਹ ਘੋੜਾ ਉਹਦੇ ਨਾਲੋਂ ਵੀ ਤੇਜ਼ ਹੈ। ਕਿਦੋਂ ਜੂਪ ਕੋ ਦਾਵ ਉਜਾਗਰ। ਕਹਿੰਦੇ ਉਸ ਤੋਂ ਅੱਗੇ ਜਿਵੇਂ ਜੂਏ ਦੇ ਦਾ ਨਹੀਂ ਹੁੰਦੇ, ਉਹ ਪਾਸੇ ਚੌਪੜ ਦੇ ਬੜੀ ਤੇਜ਼ੀ ਨਾਲ ਤੁਰਦੇ ਨੇ, ਇਹ ਉੱਦਾਂ ਹੈ, ਚੱਲਦਾ ਹੈ। ਛਾਤੀ ਛੁਵੇਂ ਛਾਲ ਪਗਦੌਨ। ਜਦੋਂ ਤੁਰਦਾ ਨਾ ਘੋੜਾ 6ਵੇਂ ਪਾਤਸ਼ਾਹ ਦਾ, ਤੇ ਅਗਲੇ ਦੋਵੇਂ ਜਿਹੜੇ ਸੁੰਮ ਨੇ ਘੋੜੇ ਦੇ, ਇੱਦਾਂ ਪਿੱਛੇ ਆ ਕੇ ਛਾਤੀ ਨੂੰ ਛੂੰਹਦੇ ਨੇ। ਕਿੰਨਾ ਸੋਹਣਾ ਇੱਦਾਂ 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 ਤੁਰਦਾ। ਕਹਿੰਦੇ ਜਿਹੜੇ ਦੋਵੇਂ ਗਾਮਚੀਆਂ ਨੇ ਅਗਲੀਆਂ, ਦੋਵੇਂ ਚਰਨ ਨੇ ਘੋੜੇ ਦੇ, ਉਹਦੀ ਛਾਤੀ ਤੱਕ ਆਉਂਦੇ ਨੇ, ਛੂੰਹਦੇ ਨੇ ਮਾਨੋ ਛਾਤੀ ਨੂੰ। ਛਿਤ ਲਗ ਪਾਛਰ ਪਾਏ ਸੋ ਆਉਣ। ਤੇ ਪਿਛਲੇ ਪੈਰ ਤਾਂ ਬਸ ਨਾ ਮਾਤਰ ਹੀ ਧਰਤੀ ਤੇ ਲੱਗਦੇ ਨੇ। ਕਹਿੰਦੇ ਧਰਤੀ ਤੇ ਪੈਰ ਲੱਗਣ ਹੀ ਨਹੀਂ ਦਿੰਦਾ ਘੋੜਾ। ਹਾਂਜੀ, ਥਰਕਤ ਮਨਹੁ ਥਾਰ ਮਹਿ ਮੋਤੀ। ਇੰਝ ਅਗਲੀ ਮਿਸਾਲ ਦਿੱਤੀ ਹੈ। ਕਹਿੰਦੇ ਜਿਵੇਂ ਕਹਿੰਦੇ ਥਾਲ 'ਚ ਮੋਤੀ ਥਿਰਕਦਾ ਹੋਵੇ, ਕਾਂਸੀ ਦਾ ਥਾਲ ਹੋਵੇ ਨਾ, ਤੇ ਉਹਦੇ 'ਚ ਮੋਤੀ ਪਾ ਦਿਓ, ਤੇ ਮੋਤੀ ਟਿਕਦੇ ਥੋੜ੍ਹਾ ਨੇ ਥਾਲ 'ਚ, ਹਿੱਲੀ ਜਾਂਦੇ। ਕਹਿੰਦੇ ਘੋੜਾ ਮੋਤੀਆਂ ਦੀ ਤਰ੍ਹਾਂ ਥਿਰਕਦਾ ਧਰਤੀ ਦੇ ਉੱਤੇ, ਜਿਵੇਂ ਥਾਲ 'ਚ ਮੋਤੀ ਥਿਰਕਦੇ ਹੋਣ। ਜਨ ਜਲ ਮਛਲੀ ਹਿਤ ਉਤ ਹੋਤੀ। ਜਾਂ ਇੰਝ ਸਮਝ ਲਓ, ਹੋਰ ਮਿਸਾਲ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਵੀਰਾਜ। ਕਹਿੰਦੇ ਮਿਸਾਲਾਂ ਦੇ ਤੇ ਬਾਦਸ਼ਾਹ ਸੀਗੇ। ਜਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਇੰਨੀਆਂ ਮਿਸਾਲਾਂ ਦਿੱਤੀਆਂ। ਜਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹਰ ਤਰ੍ਹਾਂ ਦੀ ਮਿਸਾਲ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ, ਦਸਮ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਵੀ ਕਮਾਲ ਲਿਖ ਰਹੇ ਨੇ। ਕਹਿੰਦੇ ਜਿਵੇਂ ਮੱਛੀ ਪਾਣੀ 'ਚ ਚੰਚਲ ਹੁੰਦੀ ਹੈ ਨਾ, ਮੱਛੀ ਵੀ ਚੰਚਲ, ਬੜੀ ਤੇਜ਼ ਹੈ, ਇੱਧਰ ਉੱਧਰ ਹਿੱਲੀ ਜਾਂਦੀ ਹਰ ਵੇਲੇ, ਇੱਦਾਂ ਇਹ ਘੋੜਾ ਚੰਚਲ ਹੈ। ਸਭ ਬਿਦ ਪਿਖ ਸ਼੍ਰੀ ਹਰਿ ਗੋਬਿੰਦ। ਕਹਿੰਦੇ ਇਸ ਤਰ੍ਹਾਂ ਹਰ ਪ੍ਰਕਾਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਘੋੜੇ ਦੀਆਂ ਚਾਲਾਂ ਵੇਖੀਆਂ, ਘੋੜੇ ਦੇ ਗੁਣ ਵੇਖੇ, ਘੋੜੇ 'ਚ ਸਾਰੇ ਗੁਣ ਵੇਖ ਕੇ ਆਪਣੀ ਸਵਾਰੀ ਲਈ ਘੋੜਾ ਪਸੰਦ ਕਰ ਲਿਆ ਵੀ ਇਹ ਘੋੜਾ ਸਾਡਾ ਖਾਸ ਤਬੇਲੇ ਦਾ ਘੋੜਾ ਹੋਵੇਗਾ। ਚੜ੍ਹ ਕਰ ਭਏ ਆਨੰਦ ਬਿਲੰਦ। ਇਸ ਘੋੜੇ ਤੇ ਚੜ੍ਹ ਕੇ ਬਹੁਤ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਜੀ। ਕਰ ਪਸੰਦ ਇੱਕ ਰਾਖਿਓ ਆਪ। ਇਹਨਾਂ 5 ਘੋੜਿਆਂ 'ਚੋਂ ਇਹ ਘੋੜਾ ਪਸੰਦ ਕਰਕੇ ਆਪਣੀ ਸਵਾਰੀ ਲਈ ਰੱਖ ਲਿਆ। ਜਿਹ ਅਰੂੜ ਪਾਪੀ ਨਰ ਖਾਪ। ਇਹਦੇ ਤੇ ਚੜ੍ਹ ਕੇ ਬੜੇ ਪਾਪੀਆਂ ਨੂੰ ਸੋਧਣਾ ਹੈ, ਬੜੇ ਦੁਸ਼ਟਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਾਂਗੇ। ਇਸ ਕਰਕੇ ਘੋੜਾ ਹਜੂਰ ਨੇ ਆਪ ਆਪਣੀ ਸਵਾਰੀ ਲਈ ਪਸੰਦ ਕੀਤਾ ਹੈ। ਅਪਰ ਭਿਖਿਓ ਸੁੰਦਰ ਬਲਪੀਨ। ਇੱਕ ਹੋਰ ਘੋੜਾ ਬੜਾ ਸੋਹਣਾ, 500 ਸਨ, 5 ਘੋੜੇ ਸਨ। ਇੱਕ ਹੋਰ ਬੜਾ ਬਲੀ ਘੋੜਾ ਉਹਦੇ ਨਾਲ ਦਾ ਹੀ ਵੇਖਿਆ ਹੈ। ਵਿਧੀ ਚੰਦ ਕੋ ਬਾਜੀ ਦੀਨ। ਉਹ ਦੂਜਾ ਘੋੜਾ ਬਾਬਾ ਵਿਧੀ ਚੰਦ ਜੀ ਨੂੰ ਬਖਸ਼ ਦਿੱਤਾ, ਕਿਉਂਕਿ ਬਾਬਾ ਜੀ ਦਾ ਘੋੜਾ ਵੀ ਸ਼ਹੀਦ ਹੋ ਗਿਆ ਸੀ ਜੰਗ ਵਿੱਚ।
ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਇੱਕ ਜੰਗੀ ਘੋੜਾ ਬਖਸ਼ ਦਿੱਤਾ ਹੈ। ਹੋਏ ਅਰੂੜ ਤਿਨ ਫੇਰ ਦਿਖਾਇਓ। ਬਾਬਾ ਜੀ ਵੀ ਬੜੇ ਸ਼ਾਹ ਸਵਾਰ ਸਨ ਘੋੜੇ ਦੇ। ਬਾਬਾ ਬਿਧੀ ਚੰਦ ਜੀ ਵਰਗਾ ਕਿਹੜਾ ਘੋੜ ਸਵਾਰ ਹੋਣਾ। ਲਾਹੌਰ ਦੇ ਕਿਲੇ 'ਚੋਂ 50 ਫੁੱਟ 60 ਫੁੱਟ ਉੱਚੀ ਦੀਵਾਰ ਤੋਂ ਕਿਲਾ ਬੜਾ ਉੱਚਾ ਲਾਹੌਰ ਦਾ, ਉੱਥੋਂ ਬਾਦਸ਼ਾਹ ਦੇ ਪਹਿਰੇ ਵਿੱਚੋਂ ਕਿਲੇ 'ਚ ਘੋੜੇ ਭਜਾਏ ਸਨ ਜਿਹੜੇ, ਉਹ ਵੀ ਉੱਤੋਂ 60-70 ਫੁੱਟ ਤੋਂ 50 ਫੁੱਟ ਤੋਂ ਉੱਚੀ ਦੀਵਾਰ ਤੋਂ ਦਰਿਆ 'ਚ ਸੁੱਟਿਆ ਪਾਣੀ ਦੇ ਵਿੱਚ, ਤੇ ਪਾਣੀ 'ਚ ਘੋੜਾ ਸੁੱਟ ਕੇ ਤੇ ਘੋੜਾ ਲੈ ਕੇ ਪਾਰ, ਨਾ ਘੋੜੇ ਨੂੰ ਸੱਟ ਲੱਗਣ ਦਿੱਤੀ ਨਾ ਆਪਣੇ ਲੱਗਣ ਦਿੱਤੀ। ਇੰਨੇ ਫੁਰਤੀਲੇ ਤੇ ਇੰਨੇ ਸਾਹ ਸਵਾਰ ਬਾਬਾ ਬਿਧੀ ਚੰਦ ਸਾਹਿਬ ਜੀ ਘੋੜਿਆਂ ਦੇ ਹੋਏ। ਬਾਬਾ ਬਿਧੀ ਚੰਦ ਜੀ ਨੂੰ ਘੋੜਾ ਬਖਸ਼ਿਸ਼ ਕੀਤਾ ਸਤਿਗੁਰੂ ਸਾਹਿਬ ਜੀ ਨੇ। ਮਨਹੁ ਪਵਨ ਕੋ ਪੂਤ ਸੁਹਾਇਓ। ਭਾਈ ਸਾਹਿਬ ਜੀ ਲਿਖਦੇ ਇਹ ਘੋੜਾ ਵੀ ਮਾਨੋ ਪਵਨ ਦਾ ਹੀ ਪੁੱਤਰ ਹੈ, ਹਵਾ ਦਾ ਹੀ ਪੁੱਤਰ ਹੈ, ਹਵਾ ਨੂੰ ਪਿੱਛੇ ਛੱਡਣ ਵਾਲਾ ਹੈ। ਹਾਂਜੀ, ਲੈ ਕਰ ਭਇਓ ਆਨੰਦਤ ਭਾਈ। ਭਾਈ ਬਿਧੀ ਚੰਦ ਸਾਹਿਬ ਜੀ ਮਹਾਰਾਜ ਤੋਂ ਘੋੜਾ ਲੈ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਨੇ, ਸ੍ਰੀ ਗੁਰ ਪਾਇਨ ਸੀਸ ਝੁਕਾਈ। ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਚਰਨਾਂ ਦੇ ਸਿਰ ਝੁਕਾ ਕੇ। ਪਾਤਸ਼ਾਹ ਤੁਸੀਂ ਬੜੇ ਗਰੀਬ ਨਵਾਜ ਹੋ, ਆਪਣੇ ਗਰੀਬ ਸਿੱਖਾਂ ਨੂੰ ਘੋੜਿਆਂ ਦੀਆਂ ਸਵਾਰੀਆਂ। ਸਾਧ ਸੰਗਤ ਜੀ, ਆ ਬਾਦਸ਼ਾਹ ਮੁਗਲਾਂ ਦੀ ਬਾਦਸ਼ਾਹੀ ਵਿੱਚ ਕਾਨੂੰਨ ਬਣਿਆ ਹੋਇਆ ਸੀ, ਕੋਈ ਹਿੰਦੂ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਤੇ ਆਪਣੇ ਘਰ 'ਚ 1.25 ਮਣ ਤੋਂ ਵੱਧ ਕੇ ਦਾਣੇ ਨਹੀਂ ਰੱਖ ਸਕਦਾ। ਮਹਾਰਾਜ ਸਾਹਿਬ ਜੀ ਸਾਰੀਆਂ ਪਾਬੰਦੀਆਂ ਤੋੜ ਕੇ ਕਹਿੰਦੇ ਮੇਰੇ ਸਿੰਘ ਘੋੜਿਆਂ ਦੇ ਚੜ੍ਹਨਗੇ, ਨਗਾਰੇ ਵਜਾਣਗੇ, ਸ਼ਿਕਾਰ ਖੇਡਣਗੇ, ਸਿਰ ਤੇ ਦੁਮਾਲੇ ਸਜਾਣਗੇ ਵੱਡੇ ਵੱਡੇ, ਤੇ ਮੇਰੇ ਲੰਗਰ ਚੱਲਣਗੇ, ਲੱਖਾਂ ਲੋਕ ਲੰਗਰ ਛਕਣਗੇ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੀ ਬਖਸ਼ਿਸ਼ ਹੈ। ਅੱਜ ਅਸੀਂ ਸਰਦਾਰੀਆਂ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਮਹਾਬਲੀ ਜੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁਨ ਤ੍ਰਿਤੀਆ ਕੋਹਰਾ ਮੰਗਵਾਏ। ਤੀਜਾ ਘੋੜਾ ਮੰਗਵਾਇਆ ਹੈ ਤਬੇਲੇ ਵਿੱਚੋਂ। ਉਪਰ ਸੁੰਦਰ ਜ਼ੀਨ ਸੁਹਾਏ। ਤੇ ਘੋੜੇ ਦੇ ਉੱਤੇ ਬੜੀ ਸੋਹਣੀ ਕਾਠੀ ਪਾਈ ਹੈ। ਸ੍ਰੀ ਗੁਰ ਦਿੱਤੇ ਹੇਤ ਪੁਚਾਇਓ। ਤੀਜਾ ਘੋੜਾ ਬਾਬਾ ਗੁਰਦਿੱਤਾ ਜੀ, ਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹਨਾਂ ਮਹਾਂਪੁਰਸ਼ਾਂ ਦੇ ਲਈ ਗੁਰੂ ਸਾਹਿਬ ਨੇ ਗੋਇੰਦਵਾਲ ਭੇਜ ਦਿੱਤਾ। ਲੈ ਕਰ ਸੇਵਕ ਤਤ ਛਿਨ ਆਇਓ। ਸੇਵਾਦਾਰ ਉਹ ਘੋੜਾ ਲੈ ਕੇ ਚੱਲ ਪਿਆ, ਗੋਇੰਦਵਾਲ ਪਹੁੰਚਿਓ ਜਾਏ। ਕਿਉਂਕਿ ਮਹਾਰਾਜ ਦੇ ਬੱਚੇ ਉਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਠਹਿਰੇ ਹੋਏ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ, ਇਹ ਸਾਹਿਬਜ਼ਾਦਿਆਂ ਦਾ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸਾ ਕਰਾਏ ਸਨ ਗੋਇੰਦਵਾਲ ਸਾਹਿਬ। ਬਾਬਾ ਮੋਹਰੀ ਜੀ ਦੇ ਪਰਿਵਾਰ, ਬਾਬਾ ਆਨੰਦ ਜੀ ਦੀ ਧਰਮ ਪਤਨੀ, ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਰਾ ਪਰਿਵਾਰ ਸਾਡੇ ਕੋਲ ਛੱਡ ਕੇ ਜਾਓ। ਸੋ ਸਾਰਾ ਪਰਿਵਾਰ ਉੱਥੇ ਰਹਿ ਰਿਹਾ ਸੀ। ਬਾਬਾ ਗੁਰਦਿੱਤਾ ਜੀ ਵੀ ਉੱਥੇ ਹੀ ਸਨ। ਘੋੜਾ ਉਹਨਾਂ ਵਾਸਤੇ ਇੱਕ ਭੇਜ ਦਿੱਤਾ ਹੈ। ਦੇ ਕਰ ਘਰ ਸੁਧ ਸਕਲ ਸੁਨਾਏ। ਤੇ ਜਾ ਕੇ ਬਾਬਾ ਗੁਰਦਿੱਤਾ ਜੀ ਨੂੰ ਸਾਰੀ ਗੱਲ ਸੁਣਾਈ ਹੈ ਵੀ ਸਤਿਗੁਰੂ ਜੀ ਨੇ ਦੂਜਾ ਜੰਗ ਜਿੱਤ ਲਿਆ ਤੇ ਮਹਾਰਾਜ ਸ੍ਰੀ ਹਰਗੋਬਿੰਦਪੁਰ ਠਹਿਰੇ ਨੇ, ਆ ਤੁਹਾਡੀ ਸਵਾਰੀ ਲਈ ਘੋੜਾ ਭੇਜਿਆ ਹੈ। ਚੌਥੋ ਤਰੰਗ ਹਜ਼ੂਰ ਹਕਾਰਾ। ਚੌਥਾ ਘੋੜਾ ਮਹਾਰਾਜ ਨੇ ਮੰਗਾਇਆ ਆਪਣੇ ਸਾਹਮਣੇ। ਜੀਨ ਬਭੂਖਨ ਜੁਗਤ ਸ਼ਿੰਗਾਰਾ। ਉਹਦੇ ਤੇ ਵੀ ਸੋਹਣੀ ਕਾਠੀ, ਵਧੀਆ ਸਾਜ ਪਾਇਆ ਹੈ। ਪੈਂਦੇ ਖਾਨ ਸਮੀਪ ਪਠਾਇਓ। ਚੌਥਾ ਘੋੜਾ ਸ੍ਰੀ ਕਰਤਾਰਪੁਰ ਸਾਹਿਬ ਭੇਜ ਦਿੱਤਾ ਪੈਂਦੇ ਖਾਂ ਵਾਸਤੇ। ਪੈਂਦੇ ਖਾਂ ਨੂੰ ਇਸ ਜੰਗ 'ਚ ਨਹੀਂ ਸੀ ਬੁਲਾਇਆ। ਮਹਾਰਾਜ ਨੇ ਬਾਅਦ ਵਿੱਚ ਸਰੋਪੇ ਵਜੋਂ ਉਹਨੂੰ ਇੱਕ ਘੋੜਾ ਬਖਸ਼ਿਸ਼ ਕੀਤਾ ਹੈ ਉਹਨਾਂ 5 ਘੋੜਿਆਂ ਵਿੱਚੋਂ। ਸੋ ਲੈ ਕਰ ਉਰ ਮਹਿ ਹਰਖਾਇਓ। ਪੈਂਦੇ ਖਾਨ ਘੋੜਾ ਲੈ ਕੇ ਬੜਾ ਖੁਸ਼ ਹੋਇਆ। ਏਕ ਤਰੰਗ ਸ਼ੇਖ ਰਹਿ ਗਇਓ। ਹੁਣ 4 ਘੋੜੇ ਵੰਡੇ ਗਏ, ਇੱਕੋ ਹੀ ਘੋੜਾ ਬਾਕੀ ਰਹਿ ਗਿਆ। ਖਾਸ ਤਬੇਲੇ ਮਹਿ ਰਖ ਲਿਓ। ਮਹਾਰਾਜ ਦਾ ਖਾਸ ਤਬੇਲਾ, ਉਹਦੇ 'ਚ ਉਹ ਘੋੜਾ ਖੜਾ ਹੈ। ਇੱਕ ਸਤਿਗੁਰਾਂ ਨੇ ਆਪ ਰੱਖ ਲਿਆ, ਇੱਕ ਬਾਬਾ ਬਿਧੀ ਚੰਦ ਜੀ ਨੂੰ ਸੌਂਪ ਦਿੱਤਾ, ਇੱਕ ਬਾਬਾ ਗੁਰਦਿੱਤਾ ਜੀ ਨੂੰ ਬਖਸ਼ ਦਿੱਤਾ, ਇੱਕ ਪੈਂਦੇ ਖਾਂ ਨੂੰ ਦਿੱਤਾ। ਇਉਂ ਸਾਧ ਸੰਗਤ ਜੀ 4 ਘੋੜੇ ਵੰਡੇ ਗਏ।
ਪੰਜਵਾਂ ਘੋੜਾ ਅਜੇ ਤਬੇਲੇ 'ਚ ਖੜਾ ਹੈ। ਇੱਕ ਦਿਨ ਬੈਠ ਦੀਵਾਨ ਮਝਾਰਾ, ਇੱਕ ਦਿਨ ਦਾ ਬਚਨ ਹੈ, ਮਹਾਰਾਜ ਦੀਵਾਨ ਵਿੱਚ ਬੈਠੇ ਹਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ। ਸੁਭੱਟ ਸਿੱਖ ਤਹ ਸ਼ੁਭਤ ਹਜ਼ਾਰਾ, ਮਹਾਰਾਜ ਦੀਆਂ ਸੰਗਤਾਂ ਬੈਠੀਆਂ ਨੇ, ਸੂਰਬੀਰ ਯੋਧੇ ਫੌਜੀ ਸ਼ਸਤਰ ਧਾਰੀ ਸਿੱਖ ਬੈਠੇ ਨੇ। ਸਭਨ ਸੁਨਾਈ ਮੁਕੰਦ ਬਖਾਨੀ, ਮੁਕਤੀ ਦਾਤੇ ਸਤਿਗੁਰੂ ਸਾਰੀ ਸੰਗਤ ਨੂੰ ਸੁਣਾ ਕੇ ਬਚਨ ਕੀਤਾ। ਕੋ ਸਿੱਖ ਸੁਧ ਪਟ ਹੈ ਗੁਰਬਾਨੀ, ਭਾਈ ਗੁਰੂ ਕੇ ਪਿਆਰਿਓ, ਕੋਈ ਗੁਰੂ ਦਾ ਸਿੱਖ ਸ਼ੁੱਧ ਬਾਣੀ ਪੜ੍ਹਨ ਵਾਲਾ ਸ਼ੁੱਧ ਬਾਣੀ ਪੜ੍ਹੇ, ਕਿਉਂਕਿ ਗੁਰਬਾਣੀ ਸ਼ੁੱਧ ਪੜ੍ਹਨਾ ਇਹ ਗੁਰੂ ਸਾਹਿਬ ਦਾ ਹੁਕਮ ਹੈ। ਸਿੱਖੋ ਸੁਨੋ ਸਿੱਖ ਇਹ ਮੇਰੀ, ਬਾਣੀ ਪਠੋ ਸ਼ੁੱਧ ਗੁਰ ਕੇਰੀ। ਇਹ ਹੁਕਮ ਹੈ ਗੁਰੂ ਸਾਹਿਬ ਦਾ। ਇਹ ਨਹੀਂ ਵੀ ਜਿਵੇਂ ਆਇਆ ਉਵੇਂ ਪੜ੍ਹੀ ਗਏ। ਅੱਜ ਕੱਲ੍ਹ ਦੇਖਿਆ ਵੀ ਇੱਕ ਓਂਕਾਰ ਨੂੰ ਇੱਕ ਓਂਕਾਰ ਹੀ ਪੜ੍ਹੀ ਜਾਂਦੇ। ਸ਼ੁਰੂ ਹੀ ਜਿਵੇਂ ਮੁਸਲਮਾਨ ਕਹਿੰਦੇ ਨਾ ਬਿਸਮਿਲ੍ਲਾ ਹੀ ਗਲਤ। ਮੁਸਲਮਾਨਾਂ ਦਾ ਇੱਕ ਕਹਾਵਤ ਹੈ ਉਹਨਾਂ ਦੀ, ਉਹ ਕਹਿੰਦੇ ਬਿਸਮਿਲ੍ਲਾ ਹੀ ਗਲਤ ਪੜ੍ਹਿਆ। ਉਹ ਸਭ ਤੋਂ ਪਹਿਲਾਂ ਬਿਸਮਿਲ੍ਲਾ ਪੜ੍ਹਦੇ ਨਾ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਪਹਿਲੀ ਕਲਮਾ ਵੀ ਮੈਂ ਸ਼ੁਰੂ ਕਰਦਾ ਖੁਦਾ ਦੇ ਨਾਮ ਤੋਂ, ਅੱਲਾ ਦਾ ਨਾਮ ਲੈ ਕੇ ਗੱਲ ਸ਼ੁਰੂ ਕਰਦਾ। ਉਹ ਪਹਿਲਾਂ ਹੀ ਗਲਤ ਪੜ੍ਹਦਾ, ਬਿਸਮਿਲ੍ਲਾ ਹੀ ਗਲਤ ਪੜ੍ਹਦਾ, ਅਤੇ ਅੱਗੇ ਕੀ ਠੀਕ ਪੜ੍ਹਨਾ। ਜਦੋਂ ਇੱਕ ਓਂਕਾਰ ਹੀ ਨਹੀਂ ਪੜ੍ਹਿਆ ਗਿਆ ਤੇ ਉਹਨੂੰ ਇੱਕ ਓਂਕਾਰ ਜਾਂ ਇੱਕ ਮਕਾਰ ਜਾਂ ਓਂਕਾਰ ਹੋਰ ਦਾ ਹੋਰ ਹੀ ਬਣਾਤਾ। ਸਾਧ ਸੰਗਤ ਜੀ ਨਹੀਂ, ਮਹਾਰਾਜ ਨੇ ਸ਼ੁੱਧ ਲਿਖਿਆ ਇੱਕ ਓਂਕਾਰ। ਫਿਰ ਅੱਗੇ ਬਾਣੀ ਸਾਰੀ ਸੋਧ ਕੇ ਪੜ੍ਹੋ। ਸਿੱਖੋ ਸੁਨੋ ਸਿੱਖ ਇਹ ਮੇਰੀ, ਬਾਣੀ ਪਠੋ ਸ਼ੁੱਧ ਗੁਰ ਕੇਰੀ। ਮਹਾਰਾਜ ਕਹਿੰਦੇ ਸਾਡੀ ਸਿੱਖਿਆ ਬਾਣੀ ਸੋਧ ਕੇ ਪੜ੍ਹੋ। ਸੋ ਸਤਿਗੁਰੂ ਜੀ ਜਬ ਸੰਗਤ ਵਿੱਚ ਬੋਲੇ ਆ, ਭਾਈ ਤੁਹਾਡੇ ਜੋ ਕੋਈ ਕਿਹੜਾ ਸਿੱਖ ਬਾਣੀ ਪੜ੍ਹਦਾ ਜੋ ਸ਼ੁੱਧ ਪੜ੍ਹਦਾ ਹੋਵੇ। ਜਥਾ ਜੋਗ ਮਾਤਰਾ ਅਰ ਵਰਣ, ਕਹਿੰਦੇ ਅੱਖਰਾਂ ਦਾ ਵੀ ਖਿਆਲ ਰੱਖੇ, ਸਿਹਾਰੀਆਂ ਬਿਹਾਰੀਆਂ ਮਾਤਰਾ ਵੀ ਪੂਰੀਆਂ ਬੋਲੇ, ਕੋਈ ਉਹਨੂੰ ਗਿਆਨ ਹੋਵੇ ਗੁਰਬਾਣੀ ਦੇ ਉਚਾਰਨ ਦਾ। ਪਠਹਿ ਸੰਭਾਰ ਸੁਨਾਵਹਿ ਕਰਨ, ਔਰ ਗੁਰੂ ਕੀ ਸੰਗਤ ਪ੍ਰੇਮ ਨੂੰ ਨਾਲ ਬਾਣੀ ਬੋਲੇ ਤੇ ਸੁਣਾਵੇ। ਹਾਂਜੀ, ਸੁਨ ਗਨ ਸਿੱਖ ਹਾਥ ਕੋ ਜੋਰ, ਮਹਾਰਾਜ ਸਾਹਿਬ ਦੇ ਬਚਨ ਸੁਣ ਕੇ ਸਿੱਖਾਂ ਨੇ ਹੱਥ ਜੋੜ ਲਏ। ਕਹੈ ਗੁਰੂ ਹਮ ਤੁਮਰੇ ਜੋਰ, ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੀ ਸ਼ਕਤੀ ਨਾਲ ਤੁਹਾਡੇ ਬਲ ਨਾਲ ਹੀ ਬਾਣੀ ਪੜ੍ਹ ਸਕਦੇ ਹਾਂ, ਸਾਡੇ 'ਚ ਤਾਕਤ ਨਹੀਂ ਅਸੀਂ ਬਾਣੀ ਪੜ੍ਹ ਸਕੀਏ। ਨਿਤ ਹੀ ਪਾਠ ਕਰਹਿ ਗੁਰਬਾਣੀ, ਮਹਾਰਾਜ ਤੁਹਾਡੀ ਕਿਰਪਾ ਨਾਲ ਰੋਜ਼ ਗੁਰਬਾਣੀ ਪੜ੍ਹਦੇ ਹਾਂ। ਕੋਈ ਘੰਟਾ ਬਾਣੀ ਪੜ੍ਹਦਾ, ਕੋਈ 2 ਘੰਟੇ ਪੜ੍ਹਦਾ, ਕੋਈ ਸਾਰਾ ਦਿਨ ਹੀ ਬਾਣੀ ਪੜ੍ਹ। ਇਹੋ ਜਿਹੇ ਸਿੱਖ ਨੇ। ਮਹਾਰਾਜ ਤੁਹਾਡੀ ਕਿਰਪਾ ਨਾਲ ਗੁਰਬਾਣੀ ਦਾ ਪਾਠ ਕਰਦੇ ਹਾਂ। ਕੰਠ ਹਮਾਰੇ ਇਹ ਮਹਾਨੀ, ਤੁਹਾਡੀ ਕਿਰਪਾ ਨਾਲ ਬਹੁਤ ਬਾਣੀ ਕੰਠ ਕੀਤੀ ਹੋਈ। ਅੱਜ ਕੱਲ੍ਹ ਤੇ ਸਾਧ ਸੰਗਤ ਜੀ ਜਪਜੀ ਸਾਹਿਬ ਵੀ ਕੰਠ ਕੋਈ ਨਹੀਂ ਸਾਡੇ ਸਿੰਘਾਂ ਨੂੰ, ਪਰ ਮਹਾਰਾਜ ਦਾ ਹੁਕਮ ਹੈ ਵੀ ਵੱਧ ਤੋਂ ਵੱਧ ਬਾਣੀ ਕੰਠ ਕਰੇ, ਜ਼ਿਆਦਾ ਤੋਂ ਜ਼ਿਆਦਾ। ਮਹਾਰਾਜ ਕਹਿੰਦੇ ਵੱਧ ਤੋਂ ਵੱਧ ਗੁਰਬਾਣੀ ਕੰਠ ਕਰੇ। ਛੇ ਮਹੇਤ ਹਮ ਨੇਤ ਸਮੇਤਾ, ਮਹਾਰਾਜ ਮੁਕਤੀ ਵਾਸਤੇ ਅਸੀਂ ਬਾਣੀ ਰੋਜ਼ ਪੜ੍ਹਦੇ ਹਾਂ। ਜਪਜੀ ਸਾਹਿਬ, ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, ਸੁਖਮਣੀ ਸਾਹਿਬ, ਹੋਰ ਬਾਣੀ ਬੜੀ ਗੁਰੂ ਦੀ ਅਸੀਂ ਪੜ੍ਹਦੇ ਹਾਂ। ਹਾਂਜੀ, ਰਟਹਿ ਪ੍ਰੇਮ ਤੇ ਘਟਹਿ ਕੁਹੇਤਾ, ਔਰ ਬਾਣੀ ਰਟਦੇ ਹਾਂ, ਜਪਦੇ ਹਾਂ। ਜਿਉਂ-ਜਿਉਂ ਬਾਣੀ ਪੜ੍ਹਦੇ ਹਾਂ ਸਾਡੇ ਦੁੱਖ ਕਲੇਸ਼ ਕੱਟੇ ਜਾਂਦੇ ਨੇ, ਸਾਡੀਆਂ ਆਧੀਆਂ ਵਿਆਧੀਆਂ ਉਪਾਧੀਆਂ ਮਿਟ ਜਾਂਦੀਆਂ ਨੇ। ਤੀਨੇ ਤਾਪ ਨਿਵਾਰਣ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨ ਕੋਊ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਮਹਾਰਾਜ ਤੁਹਾਡੀ ਕਿਰਪਾ ਨਾਲ ਬਾਣੀ ਲੋਕ ਦੇ ਸੁੱਖ ਵੀ ਦਿੰਦੀ ਹੈ ਤੇ ਬਾਣੀ ਪਰਲੋਕ ਦੇ ਸੁੱਖ ਵੀ ਦਿੰਦੀ ਹੈ। ਸੁਨ ਪਨ ਗੁਰੂ ਭਨਿਓ ਹੈ ਨੀਕੇ, ਮਹਾਰਾਜ ਸੁਣ ਕੇ ਕਹਿਣ ਲੱਗੇ ਭਾਈ ਭਲਾ ਚੰਗਾ, ਗੁਰੂ ਕੇ ਸਿੱਖ ਨੂੰ ਵੱਧ ਤੋਂ ਵੱਧ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਸੰਗ ਪ੍ਰੀਤੀ ਹੀ ਕੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖ ਨੂੰ ਬਾਣੀ ਨਾਲ ਪ੍ਰੇਮ ਹੋਣਾ ਚਾਹੀਦਾ। ਹਿਰਦੇ 'ਚ ਸਭ ਤੋਂ ਜ਼ਿਆਦਾ ਬਾਣੀ ਨਾਲ ਹੀ ਪ੍ਰੇਮ ਰੱਖੋ। ਬਾਕੀ ਚੀਜ਼ਾਂ ਨਾਲ ਤੇ ਐਵੇਂ ਹੀ ਹੈ, ਕੋਈ ਚੀਜ਼ ਨਾਲ ਤਾਂ ਨਹੀਂ ਜਾਣੀ ਆਪਣੇ। ਬਾਣੀ ਲੋਕ ਵਿੱਚ ਵੀ ਨਾਲ ਹੈ, ਬਾਣੀ ਪਰਲੋਕ ਵਿੱਚ ਵੀ ਨਾਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦਰਸ਼ਨ ਪਰਸ਼ਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਦੇ। ਦਰਸ਼ਨ ਪਰਸ਼ਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਦੇ, ਖਿਨ ਰਮ ਗੁਰਗਮ ਹਰਦਮ ਜਨੈ ਜਮ, ਹਰ ਕੰਠ ਨਾਨਕ ਉਰਹਾਰੀ ਨੇ। ਜਿਨ੍ਹਾਂ ਨੇ ਬਾਣੀ ਆਪਣੇ ਕੰਠ ਵਿੱਚ ਵਸਾ ਲਈ ਹੈ ਉਹਨਾਂ ਨੂੰ ਜਮਾ ਦਾ ਡਰ ਨਹੀਂ ਰਹਿੰਦਾ।
ਪਰਲੋਕ ਵਿੱਚ ਵੀ ਜਮਦੂਤ ਨੇੜੇ ਨਹੀਂ ਆਉਂਦੇ। ਗੁਰਬਾਣੀ ਦਾ ਪ੍ਰਤਾਪ ਐਸਾ ਹੈ। ਤੋ ਸਿੱਖ ਜੋ ਹੋਏ ਬਦਵੰਤਾ, ਮਹਾਰਾਜ ਕਹਿੰਦੇ ਫਿਰ ਵੀ ਤੁਹਾਡੇ 'ਚ ਭਾਈ ਕੋਈ ਬੁੱਧੀਵਾਨ ਸਿੱਖ ਹੋਵੇ, ਕਰਤ ਪ੍ਰੇਮ ਲਖ ਸ਼ੁੱਧ ਪਠੰਤਾ, ਪ੍ਰੇਮ ਨਾਲ ਬਾਣੀ ਸ਼ੁੱਧ ਪੜ੍ਹਦਾ ਹੋਵੇ, ਲਗ ਮਾਤਰ ਸਿਹਾਰੀ ਕਰਨੇ ਦਾ ਖਿਆਲ ਰੱਖ ਕੇ ਬਾਣੀ ਪੜ੍ਹਦਾ ਹੋਵੇ, ਸੋ ਅਬ ਸਨਮੁਖ ਥਿਰ ਹੈ ਹਮਾਰੇ। ਉਹ ਆਵੋ ਭਾਈ ਉੱਠ ਕੇ ਸਾਡੇ ਸਾਹਮਣੇ ਦੀਵਾਨ 'ਚ ਬੈਠ ਕੇ ਪਾਠ ਸੁਣਾਓ। ਜਪਜੀ ਪਾਠ ਕਰਹਿ ਨਿਰਧਾਰੇ, ਸ੍ਰੀ ਜਪਜੀ ਸਾਹਿਬ ਦਾ ਪਾਠ ਹੀ ਸੁਣਾ ਦਿਓ। ਸ੍ਰੀ ਜਪਜੀ ਸਾਹਿਬ ਦਾ ਪਾਠ ਸਾਨੂੰ ਸੁਣਾਓ, ਕਿਉਂਕਿ ਸ੍ਰੀ ਜਪਜੀ ਸਾਹਿਬ ਜੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ, ਗੁਰਮਤਿ ਵਿਚਾਰਧਾਰਾ ਦਾ ਮੂਲ ਹੈ। ਸਾਧ ਸੰਗਤ ਜੀ, ਸ੍ਰੀ ਜਪਜੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਬ੍ਰਹਮ ਗਿਆਨ ਇਸ ਜਪਜੀ ਸਾਹਿਬ 'ਚ ਦਿੱਤਾ। ਮਹਾਰਾਜ ਕਹਿੰਦੇ ਕੋਈ ਸਿੱਖ ਜਪਜੀ ਸਾਹਿਬ ਦਾ ਪਾਠ ਸੁਣਾਓ, ਪਰ ਸੁਣਾਓ ਸ਼ੁੱਧ। ਸ਼ੁੱਧ ਸੁਨਾਏ ਰਜਾਵ ਹੈ ਮੋਹੀ, ਜਿਹੜਾ ਸਾਨੂੰ ਸ੍ਰੀ ਜਪਜੀ ਸਾਹਿਬ ਸ਼ੁੱਧ ਸੁਣਾਏ, ਸਾਨੂੰ ਪ੍ਰਸੰਨ ਕਰੇ। ਮਨ ਬਾਂਛਤ ਫਲ ਪ੍ਰਾਪਤ ਹੋਹੀ, ਜੋ ਮੰਗੇਗਾ ਦੇਾਂਗੇ, ਮਨ ਬਾਂਛਤ ਫਲ ਉਸ ਨੂੰ ਮਿਲ ਜਾਣਗੇ। ਨਹਿ ਅਦੇ ਵਸਤੂ ਪੁਨ ਕੌਣ, ਇਹੋ ਜੀ ਕੋਈ ਵਸਤੂ ਨਹੀਂ ਜਿਹੜੀ ਅਸੀਂ ਉਹਨੂੰ ਨਹੀਂ ਦੇ ਸਕਦੇ। ਐਸੀ ਵਸਤ ਜਗਤ ਮੇ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਇਹੋ ਜੀ ਕੋਈ ਚੀਜ਼ ਹੀ ਨਹੀਂ ਦੁਨੀਆ ਤੇ ਜਿਹੜੀ ਗੁਰੂ ਆਪਣੇ ਸਿੱਖਾਂ ਨੂੰ ਨਹੀਂ ਦੇ ਸਕਦਾ। ਮਹਾਰਾਜ ਕਹਿੰਦੇ ਬਸ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ, ਜੋ ਵੀ ਮੰਗੇਗਾ ਸਿੱਖ ਦੇ ਦਿਆਂਗੇ। ਜਿਮ ਜਚ ਹੈ ਹਮਦੈ ਹੈ ਨਾ ਤੋਨਾ, ਜੋ ਵੀ ਮੰਗੇਗਾ ਅਸੀਂ ਉਹ ਦਿਆਂਗੇ ਉਸ ਨੂੰ। ਇਸ ਬਿਦ ਪੁਨ ਜਬ ਸਤਿਗੁਰ ਕਹਿਓ, ਇਸ ਤਰ੍ਹਾਂ ਭਰੇ ਦੀਵਾਨ ਵਿੱਚ ਪਾਤਸ਼ਾਹ ਜੀ ਨੇ ਜਦੋਂ ਬਚਨ ਕਹੇ, ਸਭਨ ਵਿਚਾਰ ਗੁਰੂ ਰੁਖ ਲਹਿਓ। ਮਹਾਰਾਜ ਦੇ ਬਚਨ ਸੁਣ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਸਤਿਗੁਰੂ ਜੀ ਦਾ ਹੁਕਮ ਹੈ ਸ਼ੁੱਧ ਬਾਣੀ ਪੜ੍ਹ ਕੇ ਸੁਣਾਓ ਜਪਜੀ ਸਾਹਿਬ ਦਾ ਪਾਠ, ਤੇ ਹੁਕਮ ਤੇ ਮੰਨਣਾ ਚਾਹੀਦਾ ਗੁਰੂ ਦਾ। ਹਾਂਜੀ, ਇੱਕ ਸਿੱਖ ਗੁਰਮੁਖ ਨਾਮ ਗੋਪਾਲਾ, ਗੁਰੂ ਕੀ ਸੰਗਤ ਵਿੱਚ ਗੁਰਸਿੱਖ ਬੜੇ ਗੁਰਮੁਖ ਸਨ। ਭਾਈ ਗੋਪਾਲਾ ਜੀ, ਭਾਈ ਗੋਪਾਲਾ ਜੀ ਗੁਰਬਾਣੀ ਦੇ ਬੜੇ ਸ਼ੁੱਧ ਉਚਾਰਨ ਕਰਨ ਵਾਲੇ ਤੇ ਰਸੀਏ ਸਨ। ਹਾਥ ਜੋੜ ਕਹਿ ਸੁਨ ਹੋ ਕਿਰਪਾਲਾ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸੇਵਕ ਪ੍ਰਤ ਆਇਸ ਕਰੀਏ ਹੈ, ਜੇ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਦਾਸ ਨੂੰ ਸੇਵਕ ਨੂੰ ਹੁਕਮ ਦਿਓ ਸਤਿਗੁਰੂ ਜੀ, ਆਪਨ ਕਿਰਪਾ ਬਲ ਮੋਹ ਪਰ ਧਰੀਏ ਤੇ ਆਪਣੀ ਮਿਹਰ ਕਰਿਆ ਜੇ, ਮੈਂ ਨਹੀਂ ਕੁਝ ਕਰ ਸਕਦਾ, ਆਪਣੀ ਕਿਰਪਾ ਕਰਿਆ ਜੇ, ਮੇਰੇ ਤੇ ਸਿਰ ਤੇ ਹੱਥ ਰੱਖਿਆ ਜੇ ਪਾਤਸ਼ਾਹ, ਤਾਂ ਮੈਂ ਜਪਜੀ ਸਾਹਿਬ ਦਾ ਪਾਠ ਕਰ ਸਕਦਾ। ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ। ਹਾਂਜੀ, ਕਰੋ ਸੁਨਾਵਨ ਮੈਂ ਥਿਰ ਹੋਏ, ਆਪ ਜੀ ਕਿਰਪਾ ਕਰੋ ਤੇ ਮੈਂ ਸੰਗਤ ਵਿੱਚ ਬਹਿ ਕੇ ਆਪ ਜੀ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਉੱਚੀ ਸੁਰ ਵਿੱਚ ਸ਼ੁੱਧ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਸ਼ੁੱਧ ਪਾਠ ਜਿਮ ਜਪ ਕੋ ਜੋਵੇ, ਸ੍ਰੀ ਜਪਜੀ ਸਾਹਿਬ ਦਾ ਜੋ ਸ਼ੁੱਧ ਪਾਠ ਮੈਂ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ਾਂ ਤੋਂ ਸਿੱਖਿਆ ਉਹ ਸੁਣਾਵਾਂਗਾ। ਸੁਨਤ ਗਰੀਬ ਨਿਵਾਜ ਬਖਾਨਾ, ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ, ਆਛੀ ਬਾਤ ਥਿਰ ਹੋ ਇਸ ਥਾਨਾ। ਮਹਾਰਾਜ ਕਹਿੰਦੇ ਬੜੀ ਚੰਗੀ ਗੱਲ ਹੈ, ਆਓ ਸਾਡੇ ਕੋਲ ਇੱਥੇ ਉੱਚੀ ਥਾਂ ਤੇ ਬੈਠੋ, ਕਿਉਂਕਿ ਜਦੋਂ ਬਾਣੀ ਪੜ੍ਹਨੀ ਹੈ ਨਾ, ਬਾਣੀ ਦਾ ਸਤਿਕਾਰ ਵੀ ਰੱਖਣਾ, ਬਾਣੀ ਨੂੰ ਉੱਚੀ ਥਾਂ ਤੇ ਪੜ੍ਹ ਕੇ ਬਹਿ ਕੇ ਪੜ੍ਹਨਾ, ਝੂਠੇ ਹੱਥ ਨਹੀਂ ਪੋਥੀਆਂ ਨੂੰ ਲਾਣੇ, ਤੇ ਬੜੀ ਮਰਿਆਦਾ ਨਾਲ, ਸਤਿਕਾਰ ਨਾਲ, ਅਦਬ ਨਾਲ। ਜਿਹਨੂੰ ਅਦਬ ਨਹੀਂ ਆਉਂਦਾ ਉਹਨੂੰ ਬਾਣੀ ਦਾ ਰਸ ਵੀ ਨਹੀਂ ਆਉਂਦਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹਨੇ ਗੁਰੂ ਦੀ ਬਾਣੀ ਦਾ ਸਤਿਕਾਰ ਨਹੀਂ ਕੀਤਾ, ਮਹਾਰਾਜ ਕਹਿੰਦੇ ਸਾਡਾ ਸਿੱਖ ਹੀ ਨਹੀਂ ਹੈ। ਹਾਂਜੀ, ਨਿਜ ਸਨਮੁਖ ਆਸਨ ਡਸਵਾਵਾ, ਸਤਿਗੁਰੂ ਜੀ ਨੇ ਆਪਣੇ ਸਾਹਮਣੇ ਆਪਣੇ ਆਸਣ ਦੇ ਬਰਾਬਰ ਉੱਚੀ ਥਾਂ ਤੇ ਆਸਣ ਲਵਾਇਆ ਹੈ, ਕਰ ਆਇਸ ਤਿਸ ਪਰ ਬੈਠਾਵਾ। ਤੇ ਆਗਿਆ ਦਿੱਤੀ ਭਾਈ ਗੋਪਾਲਾ ਜੀ ਇਹਦੇ ਉੱਤੇ ਬਹਿ ਜਾਓ, ਥੱਲੇ ਬਹਿ ਕੇ ਨਹੀਂ ਬਾਣੀ ਪੜ੍ਹਨੀ, ਸਾਡੇ ਬਰਾਬਰ ਉੱਚੇ ਹੋ ਕੇ ਬਾਣੀ ਪੜ੍ਹੋ। ਹਾਂਜੀ, ਕਰਹੁ ਸੁਨਾਵਨ ਸ਼ੁੱਧ ਜਪ ਮੋਹੀ, ਸ੍ਰੀ ਜਪਜੀ ਸਾਹਿਬ ਦਾ ਪਾਠ ਸਾਨੂੰ ਸ਼ੁੱਧ ਸੁਣਾਓ। ਜਚ ਹੈ ਕਹਿ ਜੋ ਦੇਵੋ ਆ ਤੋਹੀ, ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਦੇਵਾਂਗੇ। ਬੈਠਿਓ ਸਨਮੁਖ ਲੱਗਿਓ ਉਚਾਰਨ, ਬਾਬਾ ਗੋਪਾਲਾ ਜੀ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਤੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਾਉਣ ਲੱਗੇ। ਸਿਮਰਿਓ ਸ਼੍ਰੀ ਨਾਨਕ ਸੁਖ ਕਾਰਨ, ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਬਾਣੀ ਪੜ੍ਹਨ ਲੱਗਿਆ ਕਿਰਪਾ ਰੱਖਿਆ ਜੇ, ਮਿਹਰ ਕਰਿਆ ਜੇ, ਇਉਂ ਅਰਦਾਸ ਕੀਤੀ ਹੈ। ਪੂਰਬ ਕਹਿ ਇੱਕ ਓੰਕਾਰ, ਸਭ ਤੋਂ ਪਹਿਲਾਂ ਇੱਕ ਓੰਕਾਰ ਉਚਾਰਨ ਕੀਤਾ, ਬੜੇ
ਆਨੰਦ ਦੇ ਨਾਲ, ਬੜੇ ਵਜ਼ਨ ਦੇ ਨਾਲ ਇੱਕ ਓੰਕਾਰ ਦਾ ਉਚਾਰਨ ਕੀਤਾ ਹੈ। ਸਤਿਨਾਮ ਕੋ ਬਹੁਰ ਉਚਾਰਾ, ਫਿਰ ਸਤਨਾਮ ਕਰਤਾ ਪੁਰਖ, ਇਸ ਤਰ੍ਹਾਂ ਬਾਣੀ ਆਰੰਭ ਕੀਤੀ ਹੈ। ਸ੍ਰੀ ਹਰਗੋਬਿੰਦ ਸੁਨ ਕਰ ਜੋਰ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ, ਪਹਿਲਾ ਅੱਖਰ ਠੀਕ ਬੋਲਿਆ, ਇੱਕ ਓੰਕਾਰ ਸਤਨਾਮ। ਸਤਿਗੁਰੂ ਜੀ ਨੇ ਵੀ ਉਸ ਵੇਲੇ ਹੱਥ ਜੋੜ ਕੇ ਨਮਸਕਾਰ ਕੀਤੀ, ਗੁਰਬਾਣੀ ਸ਼ੁਰੂ ਹੋਈ ਹੈ। ਹਾਂਜੀ, ਨਮਸਕਾਰ ਕੀਨੀ ਸਿੱਖ ਔਰ। ਮਹਾਰਾਜ ਨੇ ਸਿੱਖ ਵੱਲ ਨਮਸਕਾਰ ਕੀਤੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਿੱਖ ਪਾਠ ਕਰ ਰਿਹਾ ਸੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਇਸ ਤਰ੍ਹਾਂ ਸਿੱਖ ਸ਼ੁਰੂ ਕੀਤਾ ਤੇ ਗੁਰੂ ਛੇਵੇਂ ਪਾਤਸ਼ਾਹ ਦੇ ਹੱਥ ਜੁੜ ਗਏ ਤੇ ਸਿੱਖ ਨੂੰ ਇੱਦਾਂ ਮਹਾਰਾਜ ਨਮਸਕਾਰ ਕੀਤੀ। ਸਾਧ ਸੰਗਤ ਜੀ, ਬਾਣੀ ਪੜ੍ਹਨ ਵਾਲੇ ਨੂੰ ਗੁਰੂ ਵੀ ਨਮਸਕਾਰਾਂ ਕਰਦਾ, ਸਿੱਖ ਨੂੰ ਨਹੀਂ, ਬਾਣੀ ਨੂੰ ਨਮਸਕਾਰ ਹੁੰਦੀ ਹੈ। ਸਿੱਖ ਤਾਂ ਲੱਖਾਂ ਫਿਰੀ ਜਾਂਦੇ ਸਾਡੇ ਵਰਗੇ, ਬਾਣੀ ਕਰਕੇ ਸਾਧ ਸੰਗਤ ਜੀ ਸਤਿਕਾਰ ਹੁੰਦਾ। ਬਾਣੀ ਤੋਂ ਦੂਰ ਹੋ ਜਾਵਾਂਗੇ, ਸਾਡਾ ਢੇਲਾ ਜਿੰਨਾ ਵੀ ਮੁੱਲ ਕੋਈ ਨਹੀਂ, ਕੱਖਾਂ ਜਿੰਨੇ ਵੀ ਕੋਈ ਨਹੀਂ। ਆ ਬਾਣੀ ਨਾਲ ਹੀ ਸਿੱਖ ਬਣਦਾ ਜੇ। ਗੁਰੂ ਵੀ ਫਿਰ ਨਮਸਕਾਰਾਂ ਕਰ। ਮਹਾਰਾਜ ਨਮਸਕਾਰ ਕੀਤੀ ਬਾਣੀ ਨੂੰ। ਪਠਿਓ ਮੰਗਲਾ ਚਰਨ ਬਹੋਰੀ, ਜਦੋਂ ਮੰਗਲਾ ਚਰਨ ਪੂਰਨ ਹੋਇਆ ਹੈ, ਵਰਣਨ ਕੀਨ ਸਜੋ ਖਟ ਪੋਰੀ। ਫਿਰ ਸਾਧ ਸੰਗਤ ਜੀ 6 ਪੌੜੀਆਂ ਦੇ ਵਿੱਚ ਆਏ ਮੰਗਲਾ ਚਰਨ। 6 ਪੌੜੀਆਂ ਵਿੱਚ ਮੰਗਲਾ ਚਰਨ ਕੀਤਾ ਮਹਾਰਾਜ ਨੇ। ਸਵਾਲ ਵੀ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਕਿਵੇਂ ਬਣੀਦਾ, ਕੂੜ ਦੀ ਕੰਧ ਕਿਵੇਂ ਟੁੱਟਦੀ ਹੈ, ਕੂੜ ਦਾ ਪਰਦਾ ਕਿਵੇਂ ਦੂਰ ਹੁੰਦਾ। ਹਜ਼ੂਰ ਆਪ ਹੀ ਜਵਾਬ ਦਿੰਦੇ, ਸਿੱਧਾਂ ਨੂੰ ਕਹਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਨਾਲ ਪੜਦੇ ਟੁੱਟਦੇ ਸਾਰੇ, ਹੁਕਮ ਮੰਨਣਾ ਪੈਂਦਾ, ਗੱਲ ਬਣ ਜਾਂਦੀ, ਸਾਰੇ ਦੁੱਖ ਹੀ ਟੁੱਟ ਜਾਂਦੇ ਆ, ਸਾਰੇ ਸੰਸ਼ੇ ਮਿਟ ਜਾਂਦੇ ਆ, ਸਾਰੇ ਸਵਾਲ ਮੁੱਕ ਜਾਂਦੇ ਆ ਜਦੋਂ ਹੁਕਮ ਵਿੱਚ ਆ ਜਾਵੇ। ਇਹ ਫਿਰ 6 ਪੌੜੀਆਂ ਤੱਕ ਮਹਾਰਾਜ ਪਰਮੇਸ਼ਰ ਦਾ ਮੰਗਲਾ ਚਰਨ ਕੀਤਾ ਹੈ। ਜੇ ਜੁਗ ਚਾਰੇ ਜੁਤ ਅਨੁਰਾਗ, ਫਿਰ ਪੌੜੀ ਪੜ੍ਹੀ ਬੜੇ ਪ੍ਰੇਮ ਨਾਲ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਇਹਦੇ 'ਚ ਸਾਧ ਸੰਗਤ ਜੀ ਬੈਰਾਗ ਆਇਆ ਹੈ। ਜਿੰਨਾ ਚਿਰ ਬੈਰਾਗ ਨਹੀਂ ਹੁੰਦਾ, ਰੱਬ ਨਹੀਂ ਮਿਲਦਾ ਕਿਸੇ ਨੂੰ। ਆਹ ਦੁਨੀਆ ਦੇ 'ਚ 4 ਯੁੱਗ ਵੀ ਜੀ ਲੇਗਾ ਬੰਦਿਆ, ਫਿਰ ਵੀ ਮਰਨਾ ਪੈਣਾ। 40 ਯੁੱਗ ਜੀ ਲੇਗਾ ਹੋਰ ਦਸੂਣੀ ਹੋਏ, ਫਿਰ ਵੀ ਛੱਡਣਾ ਪੈਣਾ ਦੁਨੀਆ ਨੂੰ। ਅਸਲੀ ਖੇਡ ਕੋਈ ਹੋਰ ਹੈ। ਆਹ 4 ਦਿਨਾਂ ਦੀ ਜ਼ਿੰਦਗੀ ਪਿੱਛੇ ਪਰਮੇਸ਼ਰ ਨੂੰ ਨਾ ਭੁਲਾ। ਇਹ ਬੈਰਾਗ ਦੀ ਪੌੜੀ ਹੈ, 7ਵੀਂ ਪੌੜੀ ਪੜ੍ਹੀ ਹੈ। ਪਠੀ ਕਹਿਓ ਜਿਸ ਮਹਿ ਬੈਰਾਗ, ਇਸ ਪੌੜੀ ਦਾ ਪਾਠ ਕੀਤਾ ਜਿਹਦੇ 'ਚ ਬੈਰਾਗ ਦਾ ਵਰਣਨ ਕੀਤਾ ਸਤਿਗੁਰੂ ਨਾਨਕ ਦੇਵ ਜੀ ਨੇ। ਬਹੁਰ ਚਤੁਰ ਪਠ ਸ਼ਰਵਣ ਮਹਾਤਮ, ਫਿਰ 4 ਪੌੜੀਆਂ ਸੁਣਨ ਦਾ ਮਹਾਤਮ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਸਰਵਣ ਦਾ ਮਹਾਤਮ ਹੈ, ਕਿਉਂਕਿ ਬਿਨਾਂ ਸੁਣਿਆ ਕਿਸੇ ਨੂੰ ਗਿਆਨ ਨਹੀਂ ਹੁੰਦਾ। ਜਿੰਨਾ ਚਿਰ ਆਪਾਂ ਸੁਣਦੇ ਹੀ ਨਹੀਂ, ਕੀ ਪਤਾ ਲੱਗਣਾ। ਕੋਈ ਕਿਸੇ ਬੰਦੇ ਬਾਰੇ ਆਪਾਂ ਗਲਤ ਅੰਦਾਜ਼ਾ ਲਾ ਲੈਂਦੇ ਹਾਂ। ਉਹ ਬੰਦਾ ਮਿਲਦਾ, ਉਹਦੀ ਗੱਲਬਾਤ ਸੁਣਦੇ ਆ, ਕਹਿੰਦੇ ਬੰਦਾ ਤਾਂ ਠੀਕ ਹੈ, ਅਸੀਂ ਤਾਂ ਹੋਰ ਹੀ ਸਮਝੀ ਬੈਠੇ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਦੀ ਗੱਲ ਸੁਣੋਗੇ ਤਾਂ ਸਮਝ ਆਏਗੀ। ਜੇ ਸੁਣਿਆ ਹੀ ਨਹੀਂ ਕੁਛ ਤੇ ਅੰਦਾਜ਼ਾ ਲਾ ਲਿਆ ਵੀ ਇਹ ਗੱਲ ਗਲਤ ਹੈ, ਇਹ ਗ੍ਰੰਥ ਗਲਤ ਹੈ, ਇਹ ਪੋਥੀ ਗਲਤ ਹੈ, ਇਹ ਵਿਚਾਰ ਗਲਤ ਹੈ, ਪਹਿਲਾਂ ਸੁਣ ਲਓ। 4 ਪੌੜੀਆਂ 'ਚ ਮਹਾਰਾਜ ਨੇ ਸੁਣਨ ਦੀ ਮਹਿਮਾ ਦੱਸੀ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਸਿੱਧ ਪੀਰ ਦੇਵਤੇ ਨਾਥ ਬਣ ਜਾਂਦਾ ਸੁਣ ਕੇ। ਉਹ ਜਿਹੜੇ ਬਣੇ ਨੇ ਸਿੱਧ ਪੀਰ, ਉਹ ਵੀ ਸੁਣ ਕੇ ਹੀ ਬਣੇ ਨੇ। ਕੋਈ ਡਾਕਟਰ ਬਣਿਆ ਤੇ ਸੁਣ ਕੇ ਹੀ ਬਣਿਆ, ਕੋਈ ਇੰਜੀਨੀਅਰ ਬਣਿਆ ਤੇ ਸੁਣ ਕੇ ਬਣਿਆ, ਕੋਈ ਵਕੀਲ ਕੋਈ ਜੱਜ ਬਣਿਆ ਤੇ ਸੁਣ ਕੇ ਬਣਿਆ, ਕੋਈ ਵਪਾਰੀ ਬਿਜ਼ਨਸਮੈਨ ਬਣਿਆ ਸੁਣ ਕੇ ਬਣਿਆ। ਗੱਲ ਹੀ ਨਾ ਸੁਣਦਾ। ਟੀਚਰ ਕੋਲੋਂ ਸਕੂਲ 'ਚ ਸੁਣਦੇ ਹੋ, ਟੀਚਰ ਦੀ ਗੱਲ ਸੁਣਦੇ ਹੋ ਤੇ ਪੜ੍ਹ ਜਾਂਦੇ ਹੋ। ਜੇ ਸੁਣਦੇ ਹੀ ਨਹੀਂ ਤੇ ਪੜ੍ਹਨਾ ਕੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੁਣਨ ਦੀ ਬੜੀ ਮਹਿਮਾ ਹੈ। ਕਰਵੇ ਸ਼ਰਵਣ ਬ੍ਰਹਮ ਆਨੰਦਾਤਮ, ਕਹਿੰਦੇ ਬ੍ਰਹਮ ਦਾ ਸੁਣਨਾ, ਪਰਮੇਸ਼ਰ ਨੂੰ ਸੁਣਨਾ, ਆਤਮਾ ਦੀ ਆਨੰਦ ਦੀ ਜਿਹੜੀ ਅੰਦਰਲੀ ਖੇਡ ਹੈ ਉਹ ਸੁਣਨੀ, ਸੁਣਨ ਵਾਲੀ ਪ੍ਰਾਪਤ ਹੋਣੀ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੈ। ਕਿੰਨਾ ਦੱਸਿਆ ਸੁਣਨ ਦਾ ਹੀ। ਇੱਕ ਇੱਕ ਅੱਖਰ ਦੀ ਵਿਆਖਿਆ ਕਰੀਏ ਬੜਾ ਟਾਈਮ ਲੱਗਦਾ। ਇਹ 4 ਪੌੜੀਆਂ ਸੁਣਨ ਦੀਆਂ ਜਪਜੀ ਸਾਹਿਬ ਵਿੱਚ ਬਹੁਤ ਗਹਿਰਾਈ ਨਾਲ ਪਾਤਸ਼ਾਹ ਨੇ ਸੁਣਨ ਦਾ ਮਹੱਤਮ ਦੱਸਿਆ ਹੋਇਆ। ਬਹੁਰ ਮਨਨ ਕੀ ਪਵਰੀ 4, ਫਿਰ 4 ਪੌੜੀਆਂ ਮੰਨਣ ਦੀਆਂ ਹਨ। ਸੁਣ ਤੇ ਲਿਆ ਪਰ ਮੰਨਿਆ ਕੋਈ ਨਾ।
ਫਿਰ ਵੀ ਗਿਆਨ ਨਹੀਂ ਹੁੰਦਾ। ਮਾਸਟਰ ਕਹਿੰਦਾ ਪੁੱਤਰ ਊੜਾ ਊਂਠ, ਉਹ ਕਹਿੰਦਾ ਨਹੀਂ ਮਾਸਟਰ ਜੀ ਬੋਤਾ। ਉਹਦਾ ਕੋਈ ਉਹਨੂੰ ਸਮਝ ਹੀ ਨਹੀਂ ਆਣੀ, ਉਹਨੂੰ ਕੀ ਸਮਝਾਓਗੇ। ਮੰਨੇਗਾ ਵੀ ਊੜਾ ਊਂਠ ਹੀ ਹੁੰਦਾ ਤੇ ਉਹਨੂੰ ਊੜਾ ਆਖਣਾ ਆ ਜਾਂਦਾ, ਉਹਨੂੰ ਊੜੇ ਦਾ ਗਿਆਨ ਹੋ ਜਾਂਦਾ। ਪਰ ਜਿਹੜਾ ਮੰਨੇ ਨਾ ਉਹਨੂੰ ਗਿਆਨ ਨਹੀਂ ਹੁੰਦਾ। ਇਸ ਕਰਕੇ 4 ਪੌੜੀਆਂ ਮੰਨਣ ਦੀਆਂ। ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪਛਤਾਏ। ਹਾਂਜੀ, ਕਰੀ ਸੁਨਾਵਨ ਸ਼ੁੱਧ ਉਚਾਰ। ਸ਼ੁੱਧ ਪਾਠ ਭਾਈ ਸਾਹਿਬ ਜੀ ਕਰਦੇ ਆ, ਭਾਈ ਗੋਪਾਲਾ ਜੀ। ਕੁੰਡੀਆਂ ਬੜੀਆਂ ਇਸ ਪੌੜੀ ਵਿੱਚ। ਕਹਿੰਦੇ ਜੇ ਕੋ ਮਨ ਜਾਣੈ ਮਨ ਕੋਏ, ਤੇ ਆਪਾਂ ਪੜ੍ਹੀ ਜਾਂਦੇ ਮਨ ਜਾਣੈ ਮਨ ਕੋਏ। ਆਮ ਪਾਠੀ ਆਪਾਂ ਦੇਖੇ ਜੇ ਕੋ ਮਨ ਜਾਣੈ ਮਨ ਕੋਏ, ਪਰ ਜੇ ਤੁਸੀਂ ਧਿਆਨ ਨਾਲ ਦੇਖੋ ਪਹਿਲੇ ਮਨ ਤੇ ਟਿੱਪੀ ਲੱਗੀ ਹੈ। ਜੇ ਕੋ ਮਨ ਜਾਣੈ ਮੰਨਣਾ, ਮੰਨ ਲੈਣਾ, ਤੇ ਦੂਜਾ ਮਨ ਪੋਲਾ ਜਾ ਮਨ ਵਿੱਚ। ਜੇ ਕੋਈ ਆਪਣੇ ਮਨ ਵਿੱਚ ਮੰਨ ਲਵੇ, ਆਖੋ ਸ੍ਰੀ ਵਾਹਿਗੁਰੂ, ਤੇ ਪੜ੍ਹੀ ਜਾਂਦੇ ਆਪਾਂ ਉੱਦਾਂ ਹੀ ਜੇ ਕੋ ਮਨ ਜਾਣੈ ਮਨ ਕੋਏ। ਭਾਈ ਗੋਪਾਲਾ ਜੀ ਅੱਖਰ ਲਗ ਮਾਤਰ ਪੂਰੇ ਧਿਆਨ ਨਾਲ ਪਾਠ ਕਰ ਰਹੇ ਨੇ। ਪੁਨਹ ਪਠਤ ਪਹ ਪੰਚ ਪ੍ਰਵਾਨ। ਫਿਰ ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਪੜ੍ਹੀ ਹੈ। ਨਿਧਿਆਸਨ ਜਹਕੀਨ ਬਖਾਨ। ਇਹਦੇ 'ਚ ਨਿਧਿਆਸਨ ਦੱਸਿਆ। ਜਿਹੜੀ ਗੱਲ ਸੁਣ ਲਈ ਹੋਵੇ, ਉਹਨੂੰ ਮੰਨ ਲਿਆ ਹੋਵੇ, ਫਿਰ ਉਹਦਾ ਬਾਰ-ਬਾਰ ਪ੍ਰੈਕਟਿਸ ਕਰਨੀ ਪੈਂਦੀ। ਇੱਕ ਵਾਰੀ ਮੰਨ ਲਈ, ਮੁੜ ਕੇ ਨਾ ਸੁਣੀ ਨਾ ਮੰਨੀ, ਉਹ ਦਿਲ ਮਨ 'ਚੋਂ ਨਿਕਲ ਜਾਂਦੀ ਹੈ, ਵਿਸਰ ਜਾਂਦੀ ਹੈ। ਉਹਨੂੰ ਰਿਪੀਟ ਕਰੀ ਜਾਣਾ, ਜਪੀ ਜਾਣਾ, ਧਿਆਈ ਜਾਣਾ, ਉੱਥੇ ਆਪਣੇ ਮਨ ਨੂੰ ਰੱਖਣਾ। ਉਹਨੂੰ ਕਹਿੰਦੇ ਨਿਧਿਆਸਨ। ਆਸਣ ਲਾ ਲੈਣਾ ਉੱਤੇ, ਉਸ ਗੱਲ ਦੇ ਉੱਤੇ ਬਹਿ ਜਾਣਾ ਪੂਰਾ ਇਰਾਦਾ ਕਰਕੇ ਵੀ ਇਹ ਗੁਰੂ ਦੀ ਗੱਲ ਪਕੜਨੀ ਹੈ, ਸਮਝਣੀ ਹੈ। ਉਹਨੂੰ ਕਹਿੰਦੇ ਨਿਧਿਆਸਨ। ਬੜੇ ਡੂੰਘੇ ਅਰਥ ਨੇ, ਇੰਨਾ ਟਾਈਮ ਨਹੀਂ ਉਹਦੇ ਅਰਥ ਕਰੀਏ। ਇਹ 4 ਪੌੜੀਆਂ ਨਿਧਿਆਸਨ ਦੀਆਂ। ਮੰਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਹਾਂਜੀ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਅੱਗੇ ਆ ਗਈਆਂ ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ, ਸਿਖਿਆਤ ਕਰ ਪਰ ਤੁਕ ਇਹ ਇਹ ਚਾਰ। ਸਾਖਸ਼ਾਤ ਕਰ ਪਰਮਾਤਮਾ ਸਾਹਮਣੇ ਹੱਥ ਤੇ ਧਰਿਆ ਹੋਇਆ ਔਲਾ ਇਉਂ ਦਿਖ ਗਿਆ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੋਈ ਨਹੀਂ। ਤੂੰ ਰੱਬ ਨੂੰ ਬਾਹਰ ਲੱਭਦਾ ਫਿਰਦਾ, ਤੂੰ ਆਪਣੇ ਅੰਦਰ ਦੇਖ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਉਹ ਨਿਰੰਕਾਰ ਦੀ ਜੋਤ ਹੈ। ਜਿਸ ਵਾਹਿਗੁਰੂ ਨੂੰ ਬਾਹਰ ਲੱਭਦਾ ਉਹ ਤੇਰੇ ਅੰਦਰ ਹੈ। ਤੂੰ ਆਪਣੇ ਆਪ ਨੂੰ ਦੇਖ। ਤੂੰ ਸਦਾ ਸਲਾਮਤ, ਤੂੰ ਸਦਾ ਰਹਿਣ ਵਾਲਾ। ਸਰੀਰ ਨੇ ਸਦਾ ਨਹੀਂ ਰਹਿਣਾ। ਆਪਣੇ ਆਪ ਨੂੰ ਸਰੀਰ ਨਾ ਸਮਝ, ਆਪਣੇ ਆਪ ਨੂੰ ਵਾਹਿਗੁਰੂ ਦੀ ਜੋਤ ਸਮਝ ਕੇ ਦੇਖ। ਤੂੰ ਸਦਾ ਸਲਾਮਤ। ਇਹ 4 ਜਿਹੜੀਆਂ ਪੌੜੀਆਂ, ਇਹਦੇ 'ਚ ਨਿਧਿਆਸਨ ਹੈ। ਬਾਰ-ਬਾਰ ਇਸ ਗੱਲ ਦਾ ਚਿੰਤਨ ਕੀਤਾ ਹੈ। ਪਠੀ ਅਸੰਖਨ ਭਵਰੀ ਫੇਰ। ਅਸੰਖਾਂ ਦੀਆਂ ਪੌੜੀਆਂ ਸ਼ੁਰੂ ਹੋਈਆਂ ਨੇ। ਸ਼ਕਤ ਸ਼ਾਂਤ ਕੀ ਪ੍ਰਥਮ ਸੋਹੇਰ। ਪਹਿਲਾਂ ਇਹਦੇ 'ਚ ਸ਼ਾਂਤ ਸਤੋਗੁਣੀ ਸ਼ਕਤੀਆਂ ਦੱਸੀਆਂ ਨੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਜਿਹੜੇ ਸਤੋਗੁਣੀ ਬਿਰਤੀ ਵਾਲੇ ਮਹਾਂਪੁਰਸ਼ ਨੇ, ਅਸੰਖਾਂ ਦੀ ਗਿਣਤੀ 'ਚ ਜਪ ਕਰ ਰਹੇ ਨੇ, ਤਪ ਕਰ ਰਹੇ ਨੇ, ਸੂਰਬੀਰ ਯੋਧੇ ਨੇ, ਦਾਨੀ ਨੇ, ਗਿਆਨੀ ਨੇ। ਉਹਨਾਂ ਦਾ ਜ਼ਿਕਰ ਹੈ ਇਸ ਪੌੜੀ ਵਿੱਚ। ਤੇ ਸਾਰਿਆਂ ਵਿੱਚ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ। ਤੂੰ ਸਦਾ ਸਲਾਮਤ ਨਿਰੰਕਾਰ ਉਹਨਾਂ ਵਿੱਚ ਵਰਤ ਰਿਹਾ ਹੈ। ਹਾਂਜੀ, ਬਹੁਰ ਤਾਮਸੀ ਸ਼ਕਤ ਬਖਾਨੇ। ਫਿਰ ਤਾਮਸੀ ਤਮੋਗੁਣੀ ਸ਼ਕਤੀਆਂ ਵੀ ਦੱਸੀਆਂ ਨੇ। ਜੇ ਤਮੋਗੁਣ ਜ਼ਿਆਦਾ ਹੈ, ਕਿਹੜੇ ਨੇ? ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਇਹਦਾ ਫਿਰ ਉਹਨਾਂ ਦਾ ਵੀ ਜ਼ਿਕਰ ਕੀਤਾ ਸਤਿਗੁਰੂ ਜੀ ਨੇ। ਜਿਨ ਕੋ ਅੰਤ ਨ ਕਿਨਹੁ ਜਾਨੀ। ਉਹਨਾਂ ਦਾ ਵੀ ਕੋਈ ਅੰਤ ਥੋੜਾ। ਅਸੰਖਾਂ ਹੀ ਨੇ, ਅਸੰਖਾਂ ਹੀ ਮੂਰਖ ਨੇ, ਅਸੰਖਾਂ ਹੀ ਚੋਰ ਨੇ, ਅਸੰਖਾਂ ਹੀ ਪਾਪੀ ਨੇ ਦੁਨੀਆ ਵਿੱਚ। ਅੰਤ ਕੋਈ ਨਹੀਂ, ਬੇਅੰਤ ਹੈ। ਹਾਂਜੀ, 4 ਪ੍ਰਕਾਰਨ ਬ੍ਰਹਮ ਜੋ ਗਿਆਨ। 4 ਪ੍ਰਕਾਰ ਦਾ ਜੋ ਬ੍ਰਹਮ ਗਿਆਨ ਹੈ ਉਹ ਵੀ ਦੱਸਿਆ। ਫਿਰ ਮਹਾਰਾਜ ਕਹਿੰਦੇ ਅਸੰਖ ਨਾਮ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਹੈ ਸਿਰ ਭਾਰ ਹੋਏ। ਅੱਖਰੀ ਨਾਮ, ਅੱਖਰਾਂ 'ਚ ਸਾਰਾ ਕੁਛ ਹੈ। ਜੋ ਕੁਛ ਵੀ ਅੱਖਰਾਂ ਦੇ ਵਿੱਚ ਹੈ। ਤੇ ਉਹ ਕਹਿੰਦੇ ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ
ਤਿਸ ਸਿਰ ਨਾਏ, ਜੇ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨੋ। ਜਿੰਨਾ ਪਸਾਰਾ ਬ੍ਰਹਮ ਦਾ ਹੀ ਹੈ ਸਾਰਾ, ਉਹ ਪਰਮੇਸ਼ਰ ਦਾ ਹੀ ਵਸਾਰਾ ਸਾਰਾ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮੈ ਨਾਹੀ ਕੋ ਥਾਂ। ਉਹ ਤੋਂ ਬਿਨਾਂ ਕੋਈ ਹੈ ਹੀ ਨਹੀਂ। ਇਹ ਮਹਾਰਾਜ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਸ੍ਰੀ ਜਪਜੀ ਸਾਹਿਬ ਦੇ ਵਿੱਚ ਬ੍ਰਹਮ ਗਿਆਨ। ਸਕਲ ਸੁਨਾਵਨ ਕੀਨ ਬਖਾਨ। ਭਾਈ ਗੋਪਾਲਾ ਜੀ ਬੜੇ ਆਨੰਦ ਨਾਲ ਪੜ੍ਹੀ ਜਾਂਦੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸਾਰੀ ਸੰਗਤ ਪਾਠ ਜਪਜੀ ਸਾਹਿਬ ਦਾ ਸੁਣ ਰਹੀ ਹੈ। ਪੁਨ ਬੇਅੰਤਤਾ ਕਹੀ ਬ੍ਰਹਮ ਕੇ। ਫਿਰ ਸਾਧ ਸੰਗਤ ਜੀ ਬ੍ਰਹਮ ਦੀ ਬੇਅੰਤਤਾ ਦੱਸੀ ਹੈ ਵੀ ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਇੱਥੇ ਦੋ ਨਾਣੇ ਨੇ, ਕਈ ਸੁਣਨ ਬੋਲ ਜਾਂਦੇ ਆ, ਕਈ ਸੁਣਨ ਬੋਲ ਜਾਂਦੇ ਆ, ਇੱਕ ਨੰਨਾ ਅੱਗੇ ਪਿੱਛੇ ਲਾ ਹੀ ਦਿੰਦੇ, ਪਰ ਦੋਵੇਂ ਨਾਣੇ ਨੇ। ਉਹ ਸਾਰਾ ਸ਼ੁੱਧ ਪਾਠ ਭਾਈ ਸਾਹਿਬ ਜੀ ਸੁਣਾ ਰਹੇ ਨੇ। ਜੀਵ ਈਸ਼ ਇਕਤਾ ਕਰ ਸਮਕੇ। ਇਹਦੇ ਵਿੱਚ ਮਹਾਰਾਜ ਨੇ ਜੀਵ ਈਸ਼ ਨੂੰ ਇੱਕ ਕਰਕੇ ਦੱਸ ਦਿੱਤਾ। ਉਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਰਬ ਗੁਣ ਸੰਪੰਨ ਸ਼ਕਤੀ ਵਾਲਾ ਤੇ ਅਲਪੱਗ ਜੀਵ। ਉਪਾਧੀ ਕਰਕੇ ਦੋ ਦਿਸਦੇ, ਉਪਾਧੀ ਕੱਢ ਦਿਓ ਤੇ ਫਿਰ ਇੱਕੋ ਹੀ ਹੈ। ਹਾਂਜੀ, ਸਨੈ ਸਨੈ ਸਭ ਕੀਨ ਸੰਭਾਰ। ਸਾਰਾ ਪਾਠ ਭਾਈ ਸਾਹਿਬ ਸਹਿਜ ਸਹਿਜ ਵਿੱਚ ਕਰ ਰਹੇ ਨੇ, ਸੰਭਾਲ ਕੇ। ਲਗ ਮਾਤਰ ਦਾ ਵੀ ਖਿਆਲ ਰੱਖਦੇ ਨੇ ਤੇ ਸੁਰਤੀ ਨੂੰ ਵੀ ਉਸ ਭਾਵ ਵਿੱਚ ਵੀ ਰੱਖਦੇ ਨੇ। ਸਾਧ ਸੰਗਤ ਜੀ, ਅਸੀਂ ਪਹਿਲੀ ਗੱਲ ਤਾਂ ਲੱਗਾ ਮਾਤਰਾ ਤੇ ਹੀ ਉਲਝੇ ਰਹਿਣਾ। ਜੇ ਲੱਗਾ ਮਾਤਰਾ ਸ਼ੁੱਧ ਹੋ ਗਈਆਂ ਤੇ ਧਿਆਨ ਸਾਡਾ ਲੱਗਾ ਮਾਤਰਾ 'ਚ ਹੀ ਰਹਿਣਾ, ਭਾਵ 'ਚ ਨਹੀਂ ਰਹਿਣਾ। ਜਿਹੜੀ ਗੁਰੂ ਸਾਹਿਬ ਦਾ ਹੁਕਮ ਉਹ ਬਾਣੀ ਕਹਿ ਕੇ ਉਧਰ ਨਹੀਂ। ਉਹ ਬੜੀ ਉੱਚੀ ਨਿਰਮਲ ਆਤਮਾ ਸੀਗੀ ਭਾਈ ਗੋਪਾਲਾ ਜੀ। ਵੀ ਬਾਣੀ ਵੀ ਸ਼ੁੱਧ ਪੜ੍ਹ ਰਹੇ ਨੇ, ਬਾਣੀ ਨੂੰ ਸੰਭਾਲ ਕੇ ਪੜ੍ਹ ਰਹੇ ਨੇ ਤੇ ਬਾਣੀ ਦੇ ਭਾਵ ਵੀ ਜਿਹੜੇ ਚੱਲ ਰਹੇ ਨਾ ਬਾਣੀ ਦੇ ਵਿੱਚ, ਉਹਦੇ ਨਾਲ ਨਾਲ ਸੁਰਤੀ ਵੀ ਕੰਮ ਉਧਰ ਵੀ ਕਰ ਰਹੀ ਹੈ। ਵੀ ਉਹ ਭਾਵ ਜਿਹੜੇ ਨੇ ਗੁਰਬਾਣੀ ਦੇ ਉਹ ਵੀ ਸਮਝ ਆ ਰਹੇ ਨੇ ਤੇ ਉਹਦਾ ਆਨੰਦ ਵੀ ਲੈ ਰਹੇ ਨੇ। ਤੇ ਤਾਂ ਹੀ ਸੰਗਤ ਨੂੰ ਆਨੰਦ ਆ ਰਿਹਾ, ਤਾਂ ਹੀ ਸਤਿਗੁਰੂ ਜੀ ਆਨੰਦ ਨਾਲ ਪਾਠ ਸੁਣ ਰਹੇ ਛੇਵੇਂ ਪਾਤਸ਼ਾਹ ਜੀ। ਹਾਂਜੀ, ਮਾਤਰਾ ਵਰਣ ਭਲੇ ਨਿਰਧਾਰ। ਮਾਤਰਾ ਵਰਣ ਅੱਖਰ ਸਿਹਾਰੀਆਂ ਬਿਹਾਰੀਆਂ ਭਲੇ ਪ੍ਰਕਾਰ ਨਾਲ ਨਿਰਣੇ ਕਰ ਕਰਕੇ ਪਾਠ ਕੀਤਾ ਹੈ। ਸੁਨ ਸਤ ਗੁਰ ਤਬ ਹਿਰਦੇ ਵਿਚਾਰੀ। ਪਾਠ ਸੁਣ ਲਿਆ ਮਹਾਰਾਜ ਛੇਵੇਂ ਪਾਤਸ਼ਾਹ ਤੇ ਮਨ 'ਚ ਵਿਚਾਰ ਕੀਤੀ ਹੈ। ਜਪ ਕੇ ਸਮਕਿਆ ਵਸਤ ਉਦਾਰੀ। ਸੋਚਦੇ ਆ ਵੀ ਸ੍ਰੀ ਜਪਜੀ ਸਾਹਿਬ ਜੀ ਦੇ ਬਰਾਬਰ ਕਿਹੜੀ ਚੀਜ਼ ਹੈ ਜਿਹੜੀ ਦਈਏ ਸਿੱਖ ਨੂੰ। ਜਪਜੀ ਸਾਹਿਬ ਦਾ ਪਾਠ ਸੁਣੇ ਦੀ ਭੇਟਾ। ਅੱਜ ਕੱਲ੍ਹ ਦੇ ਸਾਰੇ ਅਖੰਡ ਪਾਠ ਦੀ ਭੇਟਾ ਪੁੱਛਦੇ, ਗਿਆਨੀ ਜੀ ਕੀ ਲਓਗੇ? ਚਾਹ ਪਾਣੀ ਅਸੀਂ ਕੋਈ ਨਹੀਂ ਪਾਠੀਆਂ ਨੂੰ ਪਿਆਣਾ, ਉੱਕਾ ਸੁੱਕਾ ਦੱਸੋ ਕੀ ਲਓਗੇ। ਅੱਜ ਕੱਲ੍ਹ ਦਾ ਇਹ ਕੰਮ ਹੈ। ਗੁਰਦੁਆਰੇ ਭੇਟਾ ਦੇ ਦਿਓ, ਪਾਠੀ ਪਾਠ ਕਰ ਦੇਣ, ਭੋਗ ਪਾ ਦੇਣ, ਸਾਨੂੰ ਫਲ ਮਿਲ ਜਾਏਗਾ। ਪਰ ਸਾਧ ਸੰਗਤ ਜੀ, ਇਹ ਪੈਸਿਆਂ ਨਾਲ ਥੋੜ੍ਹੀ ਚੀਜ਼ ਮਿਲਣ ਵਾਲੀ ਹੈ। ਸਤਿਗੁਰੂ ਕਹਿੰਦੇ ਵੀ ਕੀ ਦਈਏ? ਸਿੱਖ ਨੇ ਜਪਜੀ ਸਾਹਿਬ ਸੁਣਾਇਆ, ਇਹਦੇ ਬਦਲੇ 'ਚ ਬਰਾਬਰ ਕੀ ਹੈ ਜਪਜੀ ਸਾਹਿਬ ਦੇ ਜਿਹੜਾ ਦੇ ਦਈਏ? ਹਾਂਜੀ, ਜੋ ਇਸ ਕੋ ਅਬਦੈ ਬੋ ਕਰੈ। ਜਿਹੜੀ ਚੀਜ਼ ਇਹਨੂੰ ਦਈਏ ਸੰਸਾਰ ਦੇ ਵਿੱਚ ਕੋਈ ਹੋਵੇ ਐਸੀ ਜਿਹੜੀ ਜਪਜੀ ਸਾਹਿਬ ਦੇ ਬਰਾਬਰ ਹੋਵੇ? ਕੋਈ ਨਾ ਸਮਤਾ ਕਿਉਂ ਹੂੰ ਧਰੈ। ਪਰ ਕੋਈ ਚੀਜ਼ ਹੈ ਨਹੀਂ। ਆਖੋ ਸ੍ਰੀ ਵਾਹਿਗੁਰੂ। ਦੁਨੀਆ ਪੂਰੀ ਬ੍ਰਹਮੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਿਗਾਹ ਮਾਰੀ, ਸ੍ਰੀ ਜਪਜੀ ਸਾਹਿਬ ਦੇ ਬਰਾਬਰ ਕੁਛ ਨਹੀਂ ਹੈ। ਹਾਂਜੀ, ਜੋ ਸਗਰੇ ਜਗ ਕੀ ਗੁਰਿਆਈ। ਫਿਰ ਆਖਿਆ ਵੀ ਚਲੋ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਹਨ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹਨਾਂ ਦੀ ਗੱਦੀ ਵੱਡੀ ਹੈ। ਅਸੀਂ ਇਹਨੂੰ ਗੁਰਿਆਈ ਦੇ ਦਿੰਦੇ ਹਾਂ, ਗੱਦੀ ਦੇ ਦਿੰਦੇ ਹਾਂ ਜਪਜੀ ਸਾਹਿਬ ਦੇ ਬਰਾਬਰ। ਹਾਂਜੀ, ਇਹ ਦਾ ਹੈ ਨਿਸ਼ਚਾ ਠਹਿਰਾਈ। ਇਹ ਨਿਸ਼ਚਾ ਕਰ ਰਿਹਾ ਪਾਤਸ਼ਾਹ ਜੀ ਨੇ ਵੀ ਸ੍ਰੀ ਜਪਜੀ ਸਾਹਿਬ ਦੇ ਬਰਾਬਰ ਗੁਰਤਾ ਗੱਦੀ ਦੀ ਦਿਆਂਗੇ ਇਹਨੂੰ ਦਾਤ। ਹਾਂਜੀ, ਨਾਨਕ ਨਦਰੀ ਨਦਰ ਨਿਹਾਲ। ਇਧਰ ਸਿੱਖ ਨੇ ਅਖੀਰਲੀ ਤੁਕ ਪੜ੍ਹ ਦਿੱਤੀ, ਨਾਨਕ ਨਦਰੀ ਨਦਰ ਨਿਹਾਲ, ਤੇ ਉਧਰ ਸਤਿਗੁਰੂ ਜੀ ਨਦਰ ਨਿਹਾਲ ਹੋ ਗਏ। ਹਾਂਜੀ, ਇਹ ਤੁਕ ਪਠੀ ਪ੍ਰੀਤ ਕੇ ਨਾਲ। ਬੜੇ ਪ੍ਰੇਮ ਨਾਲ ਜਦੋਂ ਸਿੱਖ ਨੇ ਪੜ੍ਹੀ ਇਹ ਤੁਕ, ਤਬ ਸਤਿਗੁਰ ਮਨ ਮੋਦ ਉਪਾਇਓ। ਮਨ 'ਚ ਬਹੁਤ ਹੀ ਖੁਸ਼ ਹੋ ਗਏ, ਮਹਾਰਾਜ ਪ੍ਰਸੰਨ ਹੋ ਗਏ। ਜਾਨੂ ਉਠਬੇ ਹੇਤ ਉਠਾਇਓ। ਤੇ ਮਹਾਰਾਜ ਆਪਣੀ ਗੱਦੀ ਤੋਂ ਉੱਠਣ ਲਈ ਨਾ ਗੋਡਾ ਹਿਲਾਇਆ ਵੀ ਹੁਣ ਉੱਠੀਏ, ਗੱਦੀ ਦਈਏ ਸਿੱਖ ਨੂੰ। ਹਾਂਜੀ, ਤਿਲਕ ਦੇਨ ਕੋ ਚਾਹਿਓ ਹਿਰਦੈ। ਇਹਨੂੰ ਗੁਰਿਆਈ ਦਾ ਤਿਲਕ ਦੇ ਦਈਏ, ਗੱਦੀ ਇਹਨੂੰ ਦੇ ਦਈਏ ਤੇ ਆਪ ਸੱਚਖੰਡ ਨੂੰ ਤਿਆਰੀਆਂ ਕਰ ਲਈਏ। ਹਾਂਜੀ, ਸਿੱਖ ਨੇ ਕਰਿਓ ਮਨੋਰਥ ਤਬੈ। ਉਧਰ ਭਾਈ ਗੋਪਾਲਾ ਜੀ ਨੇ ਮਨ 'ਚ ਮਨੋਰਥ ਕਰ ਲਿਆ ਰਹਿਓ ਪੰਚਮੋ ਹੈ ਬੜ ਮੋਲ। ਕਿ ਹੁਣ ਸ਼ਲੋਕ ਰਹਿ ਗਿਆ, ਮੈਂ ਸ਼ਲੋਕ ਪੜ੍ਹਨਾ ਤੇ ਪਿੱਛੋਂ ਗੁਰੂ ਜੀ ਨੇ ਪੁੱਛਣਾ ਵੀ ਮੰਗ ਕੀ ਮੰਗਣਾ, ਤੇ ਮੈਂ ਉਹ ਘੋੜਾ ਮੰਗਾਂਗਾ ਜਿਹੜਾ ਪੰਜਾਂ ਘੋੜਿਆਂ ਵਿੱਚੋਂ ਮਹਾਰਾਜ ਦੇ
ਤਬੇਲੇ 'ਚ ਖੜਾ ਹੈ। ਹਾਂਜੀ, ਸੋ ਮੈਂ ਲਿਓ ਗੁਰੂ ਤੇ ਬੋਲ। ਉਹ ਮੈਂ ਸਤਿਗੁਰੂ ਨੂੰ ਬੇਨਤੀ ਕਰਾਂਗਾ, 4 ਘੋੜੇ ਤਾਂ ਗੁਰੂ ਨੇ ਵੰਡਦੇ ਨੇ, ਇੱਕ ਅਜੇ ਖੜਾ ਹੈ, ਉਹ ਮੈਂ ਮੰਗਾਂਗਾ। ਜ਼ੀਨ ਸਮੇਤ ਪਾਏ ਕਰ ਸੋਊ। ਮੈਂ ਕਾਠੀ ਸਮੇਤ ਉਹ ਘੋੜਾ ਲੈਣਾ ਗੁਰੂ ਜੀ ਤੋਂ। ਚੜੋ ਤਸੀ ਪਰ ਮਨ ਮੁਦ ਹੋਊ। ਉਹਤੇ ਚੜਾਂਗਾ, ਬੜੀ ਵਧੀਆ ਸਵਾਰੀ ਹੁੰਦੀ ਉਹਦੀ। ਹਾਂਜੀ, ਅਸ ਅਸਵ ਪਰ ਹੋਵਨ ਅਸਵਾਰ। ਇਹੋ ਜਿਹੇ ਘੋੜੇ ਦੀ ਸਵਾਰੀ ਦਾ ਨਜ਼ਾਰਾ ਹੀ ਵੱਖਰਾ ਕਹਿੰਦੇ। ਹਾਂਜੀ, ਪਾਏ ਪ੍ਰਿਥੀ ਪਰ ਸੁਰਗ ਬਹਾਰ। ਕਹਿੰਦੇ ਫਿਰ ਇਹੋ ਜਿਹਾ ਘੋੜਾ ਮਿਲ ਜੇ ਤੇ ਧਰਤੀ ਤੇ ਹੀ ਸਵਰਗ ਹੈ ਫਿਰ। ਹਾਂਜੀ, ਜਿਸ ਕੋ ਦੇਖ ਸਿਹਾਵਤ ਨੈਣ। ਜਿਹਨੂੰ ਵੇਖ ਕੇ ਅੱਖਾਂ ਠੰਡੀਆਂ ਹੁੰਦੀਆਂ ਨੇ। ਹਾਂਜੀ, ਸੋ ਮੁਖ ਹੋ ਗੁਰ ਕਰ ਹੈ ਦੈਨ। ਉਹ ਮੈਨੂੰ ਦੇ ਦੇਣਗੇ ਤੇ ਮੈਂ ਫਿਰ ਉਸ ਘੋੜੇ ਦੀ ਸਵਾਰੀ ਕਰਿਆ ਕਰਾਂਗਾ। ਮੁਖ ਮੰਗਿਓ ਦਾ ਹੈ ਕਹਿਲੀਨ। ਇਹ ਮਹਾਰਾਜ ਨੇ ਕਿਹਾ ਹੋਇਆ ਵੀ ਜੋ ਮੰਗੇਗਾ ਦੇ ਦਿਆਂਗੇ, ਤੇ ਮੈਂ ਘੋੜਾ ਹੀ ਮੰਗਾਂਗਾ। ਏਵ ਮਨੋਰਥ ਕੋ ਮਨ ਇਹ ਕੀਨ। ਤਾਂ ਮਨ 'ਚ ਮਨੋਰਥ ਕਰ ਲਿਆ, ਫੁਰਨਾ ਕਰ ਲਿਆ ਸਿੱਖ ਨੇ। ਜਬ ਹੈ ਪਖਿਓ ਗੁਰ ਚਰਨ ਉਠਾਇਓ। ਇਧਰ ਸਤਿਗੁਰੂ ਜੀ ਜਦੋਂ ਗੋਡਾ ਚੁੱਕਿਆ ਉੱਠਣ ਲੱਗੇ, ਪ੍ਰਭ ਮਾਇਆ ਨੇ ਤਬ ਵਿਚ ਲਾਇਓ। ਗੁਰੂ ਦੀ ਮਾਇਆ ਨੇ ਮਨ ਭਰਮਾ ਦਿੱਤਾ ਸਿੱਖ ਦਾ। ਸਮਝੋ ਹਿਰਦੇ ਗੁਰ ਅਬ ਚਲੈ। ਭਾਈ ਗੋਪਾਲਾ ਸੋਚਦਾ ਵੀ ਹੁਣ ਗੁਰੂ ਸਾਹਿਬ ਚੱਲੇ ਹਨ, ਸੁਨਹਿ ਸ਼ਲੋਕ ਨਾ ਸਭ ਫਲ ਫਲੇ। ਇਹਨਾਂ ਨੇ ਸ਼ਲੋਕ ਨਹੀਂ ਸੁਣਨਾ ਤੇ ਪਹਿਲਾਂ ਹੀ ਚਲੇ ਜਾਣਾ ਹੈ। ਵਿਫਲ ਮਨੋਰਥ ਹੋਵਤ ਦੀਖਾ। ਤੇ ਜਿਹੜਾ ਮੈਂ ਮੰਗਣਾ ਸੀ ਉਹ ਤੇ ਫਿਰ ਮੌਕਾ ਲੰਘ ਜਾਣਾ। ਗੁਰੂ ਸਾਹਿਬ ਨੇ ਕਿਹਾ ਤਾਂ ਸੀਗਾ ਜੇ ਮੰਗੇਗਾ ਦਿਆਂਗੇ, ਪਰ ਹੁਣ ਮਹਾਰਾਜ ਚੱਲੇ ਹਨ। ਰਹਿਓ ਛੂਚ ਮੈਂ ਪ੍ਰਥਮ ਸਰੀਖਾ। ਮੈਂ ਤੇ ਖਾਲੀ ਰਹਿ ਗਿਆ, ਘੋੜਾ ਤੇ ਮੈਨੂੰ ਮਿਲਿਆ ਹੀ ਨਹੀਂ। ਹਾਂਜੀ, ਲਖ ਉਰ ਕੀ ਗੁਰ ਅੰਤਰ ਜਾਮੀ। ਅੰਤਰਜਾਮੀ ਉਹਦੇ ਮਨ ਦੀ ਜਾਣ ਗਏ। ਬੋਲੇ ਕਹਾਂ ਕੀਨ ਤੈ ਕਾਮੀ। ਤੇ ਮਹਾਰਾਜ ਉਧਰੋਂ ਨੇ ਸ਼ਲੋਕ ਪੂਰਾ ਕਰ ਲਿਆ ਤੇ ਪਾਤਸ਼ਾਹ ਬੋਲ ਪਏ, ਉਹ ਭਾਈ ਗੋਪਾਲਾ ਜੀ ਇਹ ਕੀ ਮੰਗ ਬੈਠੇ ਹੋ, ਕਿਹੜੀ ਕਾਮਨਾ ਕਰ ਲਈ ਹੈ? ਬਿਨਾ ਮਨੋਰਥ ਜਪ ਜੀ ਸਾਰੋ। ਸਾਰਾ ਜਪਜੀ ਸਾਹਿਬ ਤੇ ਮਨ ਟਿਕਾ ਕੇ ਪੜਿਆ ਤੇ ਸ਼ਲੋਕ ਵੇਲੇ ਫੁਰਨਾ ਆ ਗਿਆ ਤੁਹਾਡੇ ਮਨ ਵਿੱਚ। ਪੂਰਬ ਸਮ ਕੇ ਸਕਲ ਉਚਾਰੋ। ਹਾਂ, ਕਹਿੰਦੇ ਜਿਵੇਂ ਸਾਰਾ ਪਾਠ ਕੀਤਾ ਸੀ, ਸ਼ਲੋਕ ਵੀ ਉਦਾਂ ਹੀ ਜੁੜ ਕੇ ਪੜ ਦਿੰਦੇ। ਸ਼੍ਰੀ ਨਾਨਕ ਗਾਦੀ ਬੜਿਆਈ। ਅਸੀਂ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇਣੀ ਸੀ। ਸਗਰੇ ਜਗ ਕੀ ਬਰ ਗੁਰਿਆਈ। ਅਸੀਂ ਸਾਰੇ ਗੁਰੂ ਦਾ ਸੰਸਾਰ ਦਾ ਗੁਰੂ ਬਣਾਉਣਾ ਸੀ ਤੁਹਾਨੂੰ। ਸੋ ਹਮ ਦੈਨ ਉਠਤ ਇਸ ਸਮੇਂ। ਅਸੀਂ ਤਾਂ ਦੇਣ ਲੱਗੇ ਸੀ ਬਾਣੀ ਦੇ ਸਤਕਾਰ ਵਜੋਂ ਤੁਹਾਨੂੰ, ਜਿਸ ਕੇ ਅਗਰ ਤ੍ਰਿਲੋਕੀ ਨਮੇ। ਜਿਹਦੇ ਅੱਗੇ ਸਾਰੀ ਤ੍ਰਿਲੋਕੀ ਨਿਮਦੀ ਆ, ਸਾਰਾ ਸੰਸਾਰ ਖੰਡ ਬ੍ਰਹਮੰਡ ਨਿਮਦੇ ਹਨ। ਕਹਾਂ ਕਰ ਹੈ ਬਸ ਤੋਹੇ ਨਾ ਕੋਈ। ਪਰ ਭਾਈ ਗੋਪਾਲਾ ਜੀ ਇਹ ਤੁਹਾਡੇ ਵੱਸ ਦੀ ਗੱਲ ਨਹੀਂ, ਹੁਕਮ ਹੀ ਅਕਾਲ ਪੁਰਖ ਦਾ ਏਦਾਂ ਹੈ। ਜਹਾਂ ਉਚਿਤ ਹੋਏ ਪਹੁੰਚੈ ਸੋਈ। ਜਿੱਥੇ ਜਿਹੜੀ ਚੀਜ਼ ਜਿਹਨੂੰ ਪਹੁੰਚਣੀ ਉਹਨੂੰ ਹੀ ਪਹੁੰਚਣੀ ਹੈ। ਅਬ ਪੀ ਧਨ ਜਨਮ ਤੁਵ ਭਇਓ। ਧੰਨ ਹੈ ਤੇਰਾ ਜਨਮ, ਧੰਨ ਹੈ ਤੂੰ ਭਾਈ ਸਿੱਖਾ ਜਿਹੜਾ ਇੰਨੇ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਪੜਿਆ ਹੈ। ਜਨਮ ਮਰਨ ਦੁਖ ਸਭ ਮਿਟ ਗਇਓ। ਤੇਰੇ ਜਨਮ ਮਰਨ ਕੱਟੇ ਗਏ। ਆ ਜਿੰਨੀ ਸੰਗਤ ਨੇ ਅੱਜ ਪਾਠ ਸੁਣਿਆ, ਇਹਨਾਂ ਦੇ ਵੀ ਜਨਮ ਮਰਨ ਕੱਟੇ ਗਏ। ਹਾਂਜੀ, ਕਰਿਓ ਮਨੋਰਥ ਜੋ ਅਬ ਜੈਸੇ। ਜੋ ਤੂੰ ਭਾਈ ਸਿੱਖਾ ਮਨੋਰਥ ਕੀਤਾ ਉਹ ਵੀ ਤੇਰਾ ਪੂਰਾ ਕਰਾਂਗੇ। ਸੋ ਲੀਜ ਹੋ ਨਹਿ ਬਿਲ ਮੋਹ ਲੈ ਜੈਸੇ। ਹੁਣ ਤੂੰ ਆਪਣੇ ਮਨ ਦਾ ਮਨੋਰਥ ਲੈ ਲੈ, ਪੂਰਾ ਕਰ ਲੈ। ਕਹਿ ਕਰ ਸੋ ਕੋਹਰਾ ਕਹਿ ਮੰਗਵਾਇਓ। ਕੇ ਪਾਤਸ਼ਾਹ ਨੇ ਘੋੜਾ ਮੰਗਵਾ ਲਿਆ। ਸੁੰਦਰ ਜਿਸ ਪਰ ਜ਼ੀਨ ਬੜੀ ਸੁਹਾਇਓ। ਸੋਹਣੀ ਕਾਠੀ ਪਾਈ ਹੋਈ ਉਹਦੇ ਉੱਤੇ। 1.25 ਲੱਖ ਕੀ ਕੀਮਤ ਜਾਹੀ। 1.25 ਲੱਖ ਦੀ ਕੀਮਤ ਸੀ ਘੋੜੇ ਦੇ ਕਾਠੀ ਦੀ। ਹੋਏ ਪ੍ਰਸੰਨ ਬਖਸ਼ਤ ਪੇਤਾ। ਖੁਸ਼ ਹੋ ਗਏ ਭਾਈ ਗੋਪਾਲਾ ਜੀ ਨੂੰ ਘੋੜਾ ਬਖਸ਼ ਦਿੱਤਾ। ਵਸਤਰ ਵਿਭੂਖਣ ਤਨ ਕੁਛ ਔਰ। ਨਾਲ ਹੋਰ ਚੋਲਾ ਵੀ ਬੜਾ ਸੁੰਦਰ, ਦੁਮਾਲਾ ਵੀ, ਗਲ ਦੇ ਸਾਰੇ ਕੱਪੜੇ ਬਹੁਤ ਮਹਿੰਗੇ, ਤੇ ਨਾਲ ਮਾਇਆ ਵੀ ਦਿੱਤੀ ਅਰਦਾਸੇ ਵਜੋਂ। ਦੇਤ ਭਈ ਸੋਢੀ ਸਿਰਮੌਰ। ਸੋਢੀ ਸਿਰਮੌਰ ਸਤਿਗੁਰੂ ਵਸਤਰਾਂ ਸ਼ਾਸਤਰਾਂ ਨਾਲ ਭਾਈ ਗੋਪਾਲੇ ਨੂੰ ਸ਼ਿੰਗਾਰ ਦਿੱਤਾ। ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣ ਕੇ ਲਏ ਗੋਪਾਲੇ ਆਨੰਦ ਉਪਾਇਓ। ਭਾਈ ਗੋਪਾਲਾ ਜੀ ਗੁਰੂ ਸਾਹਿਬ ਦੀਆਂ ਬਖਸ਼ਾਂ ਲੈ ਕੇ ਬੜੇ ਪ੍ਰਸੰਨ ਹੋਏ ਨੇ। ਸ੍ਰੀ ਗੁਰ ਤੇ ਸੁਨ ਕਰ ਪਛਤਾਇਓ। ਤੇ ਮਨ ਵਿੱਚ ਪਛਤਾਵਾ ਵੀ ਹੋਇਆ ਵੀ ਅਖੀਰਲੇ ਸਮੇਂ ਮੇਰੇ ਮਨ 'ਚ ਫੁਰਨਾ ਆ ਗਿਆ, ਫੁਰਨਾ ਨਹੀਂ ਸੀ ਆਉਣਾ ਚਾਹੀਦਾ। ਪਰ ਫਿਰ ਵੀ ਗੁਰੂ ਦੀ ਬਖਸ਼ਿਸ਼ ਬੜੀ ਵੱਡੀ ਹੈ। ਤੇ ਮਹਾਂਪੁਰਸ਼ਾਂ ਕੋਲੋਂ ਸਾਧ ਸੰਗਤ ਜੀ ਅਸੀਂ ਸੁਣਿਆ, ਕਿਉਂਕਿ ਬੜੇ ਪੱਖ ਹੁੰਦੇ ਨੇ, ਗੁਰਮਤਿ ਬੜੀ ਡੂੰਘੀ ਹੈ। ਉਹ ਕਹਿੰਦੇ ਗੋਪਾਲਾ ਵੀ ਬ੍ਰਹਮ ਗਿਆਨੀ ਸੀ, ਉਹਨੇ ਫੁਰਨਾ ਜਾਣ ਕੇ ਕਰ ਲਿਆ ਵੀ ਜੇ ਮੈਂ ਫੁਰਨਾ ਨਾ ਕੀਤਾ ਇਹਨਾਂ ਨੇ ਗੱਦੀ ਮੈਨੂੰ ਦੇ ਦੇਣੀ ਆ, ਆਪ ਅੱਖਾਂ ਤੋਂ ਓਹਲੇ ਹੋ ਜਾਣਗੇ ਤੇ ਮੈਂ ਗੱਦੀ ਜੋਗਾ ਹੈ ਹੀ ਨਹੀਂ, ਮੈਂ ਘੋੜਾ ਹੀ ਮੰਗ ਲਵਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਦੂਜਾ ਪੱਖ ਹੈ। ਇਹ ਅੰਦਰ ਦੀਆਂ ਖੇਡਾਂ ਨੇ, ਇਹ ਗੁਰੂ ਕੇ ਸਿੱਖਾਂ ਦੀ ਸੰਗਤ 'ਚ ਬਹਿ ਕੇ ਸਮਝ ਆਉਂਦੀਆਂ। ਪਰ ਇਹ ਗੁਰੂ ਦੀ ਖੇਡ ਵਰਤੀ। ਭਾਈ ਸਾਹਿਬ ਭਾਈ ਗੋਪਾਲਾ ਜੀ ਗੁਰੂ ਸਾਹਿਬ ਤੋਂ ਬਖਸ਼ਿਸ਼ ਘੋੜਾ ਲੈ ਕੇ ਪ੍ਰਸੰਨ ਹੋਏ। ਮਾਤਰਾ ਬਰਨ ਸੰਭਾਰ ਹੈ ਸਾਰੇ। ਮਹਾਰਾਜ ਕਹਿੰਦੇ ਜਿਹੜਾ ਅਲੱਗ ਮਾਤਰਾ ਸੋਧ ਕੇ ਬਾਣੀ ਪੜ੍ਹਦਾ ਹੈ, ਸ੍ਰੀ ਗੁਰਬਾਣੀ ਸਿੱਖ ਉਚਾਰੇ। ਸਿੱਖ ਉਚਾਰਨ ਕਰੇ ਗੁਰੂ ਕੀ ਬਾਣੀ ਦਾ, ਮਹਾ ਮਹਾਤਮ ਕਰ ਦਿਖਰਾਇਓ। ਇਹਦਾ ਬੜਾ ਮਹਾਤਮ ਹੈ। ਸਾਰੀ ਬਾਣੀ ਸ਼ੁੱਧ ਪੜ੍ਹੋ, ਵੱਧ ਤੋਂ ਵੱਧ ਸੰਥਿਆ ਲੈ ਕੇ ਪੜ੍ਹੋ, ਵਿਸਰਾਮ ਦਾ ਹੋਰ ਚੀਜ਼ਾਂ ਦਾ ਖਿਆਲ ਰੱਖੋ, ਬੜਾ ਆਨੰਦ ਆਵੇਗਾ ਤੇ ਲੋਕ ਪਰਲੋਕ ਸੁਖੀ ਹੋ ਜਾਓਗੇ। ਨਹਿ ਤ੍ਰਿਲੋਕ ਮੈਂ ਸਮ ਕੁਛ ਪਾਇਓ। ਤਿੰਨਾਂ ਲੋਕਾਂ ਜਿਹਦੇ ਬਰਾਬਰ ਕੁਛ ਨਹੀਂ। ਸ੍ਰੀ ਜਪਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨੀ ਬਾਣੀ ਹੈ ਨਾ, ਪਰਮੇਸ਼ਰ ਦਾ ਰੂਪ ਹੈ। ਵਾਓ ਵਾਓ ਬਾਣੀ
ਨਿਰੰਕਾਰ ਹੈ। ਹਾਂਜੀ, ਇਮ ਸਤਿਗੁਰ ਬਹੁ ਕਰੇ ਬਿਲਾਸਾ ਇਸ ਤਰ੍ਹਾਂ ਪਾਤਸ਼ਾਹ ਨੇ ਕੌਤਕ ਕੀਤੇ ਨੇ। ਕਨੇ ਸੁਪਟ ਰੱਖ ਹੈ ਨਿਜ ਪਾਸਾ ਆਪਣੇ ਕੋਲ ਬੜੀ ਫੌਜ ਰੱਖਦੇ ਸਤਿਗੁਰੂ ਜੀ। ਤਰੰਗ ਬਿਕਨ ਆਵੈ ਸੋ ਲੇਤ ਘੋੜੇ ਜਿੰਨੇ ਆਉਂਦੇ ਨੇ ਵਿਕਣ ਖਰੀਦ ਲੈਂਦੇ ਸਤਿਗੁਰੂ, ਸੈਨਾ ਮਹਿ ਬਰਤਾਏ ਸੋ ਔਰ ਦੇਤ ਆਪਣੀ ਫੌਜ ਨੂੰ ਵਰਤਾ ਦਿੰਦੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਸ੍ਰੀ ਹਰਗੋਬਿੰਦਪੁਰੇ ਰੌਣਕਾਂ ਲਾਈਆਂ, ਬੜੀ ਕਲਾ ਵਰਤਾਈ। ਅੱਗੇ ਆਪਾਂ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੋਬਿੰਦ ਹੈ ਗੋਪਾਲ।